ਸੋਠ ਰਾਗ ਦੇ ਵਿੱਚ 656 655 ਅੰਗ ਦੇ ਉੱਤੇ ਕਬੀਰ ਜੀ ਦੇ ਸ਼ਬਦ ਲੈ ਰਹੇ ਹਾਂ। ਸਤਵਾਂ ਸ਼ਬਦ, क्या पढ़िए क्या गुनिए, क्या वेद पुराना सुनिए। कहते भाई तू की करी जा रहे हैं? क्या पढ़िए क्या गुनिए, क्या वेद पुराना सुनिए। तू की पढ़ रहे हैं भाई? ते पढ़ के जिहड़ा हैगा की ਉਹਦੇ ਵਿੱਚੋਂ ਗੁਣ ਕੀ ਕਰ ਰਹੇ ਆ, ਖੱਟੀ ਕੀ ਕਰ ਰਹੇ ਆ, ਉਹਦੇ ਵਿੱਚੋਂ ਕੀ ਗੁਣ ਲੈ ਰਿਹਾ, ਉਹਦੇ ਵਿੱਚੋਂ ਕੀ ਕਰ ਰਿਹਾ ਤੂੰ? ਇਹ ਪੜ੍ਹਨ ਦਾ ਇਹਦਾ ਇਹ ਸਮਾਂ ਲਗਾ ਰਿਹਾ, ਤੂੰ ਟਾਈਮ ਦੇ ਰਿਹਾ, ਆਪਣੇ ਸਵਾਸ ਦੇ ਰਿਹਾ, ਕੀਮਤੀ ਸਵਾਸ ਦੇ ਰਿਹਾ ਆ। ਇਹ ਸਵਾਸਾਂ ਦੇ ਨਾਲ, ਇਹ ਸਮਾਂ ਲਗਾਉਣ ਦੇ ਨਾਲ ਤੇਰੇ ਅੰਦਰ ਤੈਨੂੰ ਫਾਇਦਾ ਕੀ ਹੋ ਰਿਹਾ? ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ। ਤੂੰ ਇਹ ਗਿਆਨ ਨੂੰ ਸੁਣਦਾ ਆ, ਪੜ੍ਹਦਾ ਆ, ਗਾਉਂਦਾ ਆ, ਦੂਜਿਆਂ ਨੂੰ ਪ੍ਰਚਾਰ ਕਰਦਾ, ਦੂਜਿਆਂ ਨੂੰ ਸੁਣਾਉਣਾ ਆ, ਤੇ ਤੇਰੇ ਅੰਦਰ परिवर्तन ਕੀ ਆ ਰਿਹਾ ਹੈ? ਤੈਨੂੰ ਫਾਇਦਾ ਕੀ ਹੋ ਰਿਹਾ ਹੈ? क्या पढ़िए क्या गुनिए, क्या वेद पुराना सुनिए। पढ़े सुने क्या होई, जो सहज न मिले सोई। ये जो पढ़ रहे हैं, जो ये ब्रह्म ज्ञान ब्रह्म बाणी जो पढ़ रहे हैं, शब्द ब्रह्म पढ़ रहे हैं, मैनू तो नहीं लगता कबीर जी कहते भी तेरे अंदर कोई जिहड़ा हैगा इस पढ़न का कोई फायदा हो रहा तैनू। ਸਹਿਜ ਅਵਸਥਾ ਤੇਰੇ ਅੰਦਰ ਆ ਨਹੀਂ ਰਹੀ। ਪਰਮਾਤਮਾ ਦੇ ਵੱਲ ਨੂੰ, ਮਾਲਕ ਪਰਮਾਤਮਾ ਦੇ ਵੱਲ ਨੂੰ ਤੇਰੀ ਗਤੀ ਨਹੀਂ ਹੋ ਰਹੀ। ਮਿਲਣਾ ਤਾਂ ਦੂਰ ਹੈ ਤੇਰਾ, ਤੂੰ ਤਾਂ ਉਸ ਵੱਲ ਨੂੰ ਇੱਕ ਕਦਮ ਵੀ ਨਹੀਂ ਪੁੱਟ ਪਾ ਰਿਹਾ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ ਆ ਰਹਾਓ। ਕਹਿੰਦੇ ਸਾਰੀ ਬਾਣੀ ਬ੍ਰਹਮ ਬਾਣੀ, ਜੋ ਵੀ ਸ਼ਬਦ ਬ੍ਰਹਮ ਹੈਗਾ, ਇਹ ਸ਼ਬਦ ਬ੍ਰਹਮ ਗਿਆਨੀਆਂ ਦਾ ਗਿਆਨ ਜਿਨ੍ਹਾਂ ਨੇ ਯਾਤਰਾ ਕਰ ਲਈ, ਉਹਨਾਂ ਨੇ ਆਪਾਂ ਤੇ ਮਿਹਰ ਕਰਕੇ ਆਪਾਂ ਨੂੰ ਜਿਹੜਾ ਹੈਗਾ ਮਾਲਕ ਨੇ ਉਹਨਾਂ ਦੀ ਡਿਊਟੀ ਲਾਈ ਹੋਈ ਹੈ, ਕਿਉਂਕਿ ਨਹੀਂ ਤਾਂ ਦੂਸਰਿਆਂ ਨੂੰ ਕਿਵੇਂ ਪਤਾ ਲੱਗੂਗਾ। ਤੇ ਕਹਿੰਦੇ ਤੈਨੂੰ ਬ੍ਰਹਮ ਗਿਆਨ ਮਿਲਿਆ, ਤੂੰ ਬ੍ਰਹਮ ਗਿਆਨ ਪੜ੍ਹ ਰਿਹਾ ਹੈ, ਬ੍ਰਹਮ ਗਿਆਨ ਨੂੰ ਵਿਚਾਰ ਰਿਹਾ ਆ, ਤੇ ਬ੍ਰਹਮ ਗਿਆਨ ਤਾਂ ਸਾਰਾ ਦਾ ਸਾਰਾ ਪਰਮੇਸ਼ਰ ਦਾ ਨਾਮ ਜਪਣ ਨੂੰ ਕਹਿ ਰਿਹਾ, ਧਿਆਨ ਸਿਮਰਨ ਕਰਨ ਨੂੰ ਕਹਿ ਰਿਹਾ ਹੈ, ਤੇ ਉਹ ਕੰਮ ਤੂੰ ਕਰ ਹੀ ਨਹੀਂ ਰਿਹਾ। ਹਰ ਕਾ ਨਾਮ ਨਾ ਜਪਸ ਗਵਾਰਾ, ਕਹਿੰਦੇ ਤੂੰ ਗਵਾਰਤਾ ਨਹੀਂ ਕਿਤੇ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਤੂੰ ਕੀ ਸੋਚ ਰਿਹਾ ਆ? ਕਿਉਂ ਤੂੰ ਜਿਹੜਾ ਹੈਗਾ ਆਪਣਾ ਸਮਾਂ ਬਰਬਾਦ ਕਰ ਰਿਹਾ ਆ? ਇਹ ਦੁਬਾਰਾ ਤੈਨੂੰ ਸਮਾਂ ਮਿਲ ਜਾਣਾ ਹੈ। ਜਿਹੜੇ ਸਵਾਸ ਜਿਹੜੇ ਲੰਘ ਰਹੇ ਆ ਤੇਰੇ, रहाओ। क्या पढ़िए क्या गुनिए, क्या वेद पुराना सुनिए। पढ़े सुने क्या होई, जो सहज ना मिले सोई। कहते ये खाली पढ़न दे नाल और गुणन दे नाल, विचारन दे नाल खाली इत्थे छड़ देना, इन्ने तक ही ਅੱਗੇ ਜਿਹੜੀ ਹੈਗੀ ਆ ਉਹਨੂੰ ਇੰਪਲੀਮੈਂਟ ਹੀ ਨਹੀਂ ਕਰਨਾ, ਉਹ ਕਾਰਵਾਈ ਨਹੀਂ ਕਰਨੀ। ਜੋ ਗਿਆਨ ਕਹਿ ਰਿਹਾ ਉਹ ਕੰਮ ਕਰਨਾ ਹੀ ਨਹੀਂ। ਗਿਆਨ ਤਾਂ ਕਹਿ ਰਿਹਾ ਭਾਈ ਤੇਰੇ ਅੰਦਰ ਅੰਮ੍ਰਿਤ ਹੈਗਾ, ਤੇਰੇ ਅੰਦਰ ਅੰਮ੍ਰਿਤ ਪਿਆ ਆ, ਗੁਪਤ ਰੂਪ 'ਚ ਹੈਗਾ, ਉਹਨੂੰ ਪ੍ਰਗਟ ਕਰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੱਥਰਾਂ ਨੂੰ ਹਟਾ ਤੇ ਅੰਮ੍ਰਿਤ ਦਾ ਝਰਨਾ ਤੇਰੇ ਅੰਦਰ ਵਗੇ। ਤੇਰੇ ਕੋਲ ਚਾਂਸ ਹੈਗਾ ਮਾਲਕ ਪਰਮਾਤਮਾ ਨੂੰ ਮਿਲਣ ਦਾ, ਉਹ ਅੰਮ੍ਰਿਤ ਪੀ ਤੇ ਅਮਰ ਹੋ ਜਾ। ਇਹ ਸਰੀਰ ਜਿਹੜਾ ਹੈਗਾ ਇਹ ਪ੍ਰਕਿਰਤੀ ਦੀ ਪਕੜ ਤੋਂ, ਇਹ ਪਿੰਜਰੇ 'ਚੋਂ ਬਾਹਰ ਨਿਕਲ ਜਾ। ਨਿਕਸ ਰੇ ਪੰਖੀ ਸਿਮਰ ਹਰ ਪਾਂਖ। ਸਿਮਰਨ ਦੇ ਖੰਭ ਲਗਾ ਕੇ, ਧਿਆਨ ਸਿਮਰਨ ਦੇ ਖੰਭ ਲਗਾ ਕੇ, ਇਹ ਨਾਮ ਜਪਣ ਦੇ ਨਾਲ ਤੂੰ ਨਿਕਲ ਜਾ। ਤੂੰ ਕਿਉਂ ਗਵਾਰ ਹੋ ਰਿਹਾ ਹੈ? ਤੈਨੂੰ ਪਤਾ ਹੀ ਨਹੀਂ ਹੈਗਾ ਵੀ ਪਿੰਜਰੇ 'ਚੋਂ ਬਾਹਰ ਨਿਕਲਣ ਦਾ ਵੀ ਤੇਰੇ ਕੋਲ ਚਾਂਸ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਸਾਧ ਸੰਗਤ ਜੀ ਬਾਣੀ ਫਿਰ ਆਪਾਂ ਨੂੰ ਸਮਝਾ ਰਹੇ ਨੇ ਕਿ ਤੂੰ ਜੋ ਵੀ ਕਰ ਰਿਹਾ ਹੈ ਉਹਦਾ ਰਿਜ਼ਲਟ ਕੀ ਮਿਲਦਾ, ਕੁਛ ਹੈ ਕੋਈ ਪ੍ਰੋਗਰੈਸ? ਜੋ ਵੀ ਕਰ ਰਿਹਾ ਉਹ ਕਹਿੰਦੇ ਤੂੰ ਪੜ੍ਹ ਵੀ ਰਿਹਾ ਹੈ, ਗੁਣੀ ਵੀ ਕਰ ਰਿਹਾ, ਸਾਰਾ ਕੁਝ ਕਰ ਰਿਹਾ, ਹੁਣ ਉਹਦੇ ਵਿੱਚ ਆਪਾਂ ਨੂੰ ਪ੍ਰਾਪਤੀ ਕੀ ਹੋ ਰਹੀ ਹੈ? ਜੇਕਰ ਤੁਹਾਡੀ ਭਾਵਨਾ ਨਹੀਂ ਹੈ, ਭਾਵੇਂ ਪਾਠ ਕਰ ਲਓ, ਭਾਵੇਂ ਪੂਜਾ ਕਰ ਲਓ, ਭਾਵੇਂ ਜਪ ਕਰ ਲਓ,
ਉਹ ਭਾਵੇਂ ਤਪ ਕਰ ਲਓ, ਭਾਵੇਂ ਦਾਨ ਕਰ ਲਓ, ਭਾਵੇਂ ਪੁੰਨ ਕਰ ਲਓ, ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਕੋਈ ਤੁਹਾਡੀ ਭਾਵਨਾ ਹੀ ਨਹੀਂ ਹੈਗੀ। ਹੁਣ ਤੁਹਾਡੇ ਘਰ ਕੋਈ ਬੰਦਾ ਆ ਗਿਆ, ਉਹ ਕਹਿੰਦਾ ਮੈਨੂੰ ਰੋਟੀ ਖਵਾ ਦਿਓ ਭਾਈ, ਮੈਂ ਭੁੱਖਾ, ਤੇ ਤੁਸੀਂ ਰੋਟੀ ਖਵਾਈ ਆ, ਅੰਦਰੋਂ ਤੁਸੀਂ ਕਲਪੇ ਪਏ ਜੋ ਕਿ ਵਿਹਲੜਾ ਆ ਗਿਆ ਵਾ ਸਾਡੇ ਘਰ ਰੋਟੀ ਖਾਣ। ਤਾਂ ਜਸਟ ਸੋਚੋ, ਉਹ ਖਵਾਈ ਰੋਟੀ ਦਾ ਕੋਈ ਫਾਇਦਾ ਹੋਊਗਾ? ਸੋ ਇਸੇ ਕਰਕੇ ਬਾਣੀ 'ਚ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਕਿਆ ਪੜ੍ਹੀਏ, ਕਿਆ ਪੜ੍ਹੀਏ, ਗੁਣੀਏ। ਗੁਣੀਏ ਦਾ ਮਤਲਬ ਹੁੰਦਾ ਨਿੱਜਰ ਸਾਹਿਬ ਗੁਣ ਕੱਢਣੇ ਉਹਦੇ ਚੋਂ ਬਈ ਜੋ ਪੜ੍ਹ ਰਹੇ ਆ ਉਹ ਕਹਿ ਕੀ ਰਿਹਾ ਹੈ, ਉਹਦੇ ਗੁਣ ਕੀ ਹੈ, ਪੜ੍ਹਨ ਦਾ ਫਾਇਦਾ ਕੀ ਹੈ, ਉਹਨਾਂ ਨੂੰ ਪੜ੍ਹ ਰਹੇ ਆ ਤੇ ਉਹਦੇ ਵਿੱਚੋਂ ਜਿਹੜਾ ਉਹਦੀ ਵਿਚਾਰ ਕੀ ਨਿਕਲ ਰਹੀ ਹੈ, ਪੜ੍ਹਨ ਦਾ ਜਿਹੜਾ ਮਕਸਦ ਕੀ ਹੈਗਾ। ਆ ਮਤਲਬ ਕੀ ਹੈ ਕਿ ਜੇ ਤੇ ਅਸਲ ਤੇ ਨਿੱਜਰ ਸਾਹਿਬ ਉਹ ਤੇ ਬਾਣੀ ਤੇ ਕਹਿੰਦੀ ਹੈ ਕਿ ਜੀਵਨ ਨੂੰ ਸੁਧਾਰੋ। ਹਾਂ, ਉਹ ਕਹਿੰਦੇ ਆ ਕਿ ਜੇ ਹੁਣ ਤੇਰੇ ਅੰਦਰ ਜੇ ਉન્નਤੀ ਨਹੀਂ ਹੋ ਰਹੀ, ਕੋਈ ਆਪਾਂ ਪੜ੍ਹਦੇ ਹਾਂ, ਆਪਾਂ ਦੇਖੋ ਆਪਾਂ ਕਾਲਜ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ, ਕਿਉਂ ਜਾਂਦੇ ਹਾਂ? ਗਿਆਨ ਪ੍ਰਾਪਤ ਕਰਨ ਵਾਸਤੇ। ਬਿਲਕੁਲ ਗੋਰਖੀ ਦਾ ਗੁਣੀਏ ਦਾ ਮਤਲਬ ਹੈਗਾ ਬਈ ਤੂੰ ਜਿਹੜਾ ਹੈਗਾ ਇਹਦੇ ਵਿੱਚੋਂ ਜਿਹੜੇ ਹੈਗੇ ਆ ਗੁਣ ਕੀ ਲਏ ਆ, ਕੀ ਗੁਣ ਲਏ ਆ ਇਹ ਦੱਸ। ਤੂੰ ਪੜ੍ਹਾਈ ਕੀਤੀ ਆ ਨਾ, ਇਹ ਬ੍ਰਹਮ ਗਿਆਨ ਪੜ੍ਹਿਆ ਤੇ ਇਹਦੇ ਵਿੱਚੋਂ ਗੁਣ ਕੀ ਕਰ ਲਏ, ਗੁਣ ਕੀ ਲਏ ਆ ਇਹ ਦੱਸ ਦੇ ਬਈ। ਗੁਣ ਕੀ ਆਏ ਤੇਰੇ ਅੰਦਰ, ਗੁਣ ਕੀ ਆ ਗਏ? ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਆਪਾਂ ਸਕੂਲੇ ਗਏ, ਉਹਨਾਂ ਸਾਨੂੰ ਮੈਥ ਪੜ੍ਹਾਇਆ। ਹੁਣ ਮੈਂ ਮੈਥ ਪੜ੍ਹਿਆ, ਹੁਣ ਮੈਥ ਪੜ੍ਹਨ ਤੇ ਗੱਲ ਖਤਮ ਨਹੀਂ ਹੋਈ। ਅਸਲ 'ਚ ਮੈਥ ਮੈਂ ਪੜ੍ਹਿਆ ਕਿ ਕੱਲ ਨੂੰ ਮੈਂ ਕੋਈ ਹਿਸਾਬ ਕਿਤਾਬ ਕਰਨਾ ਹੈ, ਕੁਝ ਚੀਜ਼ ਲੈਣਾ ਦੇਣਾ, ਕੁਝ ਚੀਜ਼ ਵੇਚਣੀ, ਕੁਝ ਖਰੀਦਣੀ, ਕੋਈ ਮੈਂ ਘਰੇ ਕੰਮ ਕਰਾਇਆ, ਮੈਨੂੰ ਹਿਸਾਬ ਕਿਤਾਬ ਦਾ ਪਤਾ ਹੋਵੇ, ਇਸੇ ਲਈ ਪੜ੍ਹਨ ਗਿਆ ਨਾ ਮੈਂ। ਹਾਂਜੀ, ਮੈਂ ਪੜ੍ਹਿਆ, ਉਹਦਾ ਫਾਇਦਾ ਉਠਾਇਆ ਮੈਂ। ਸਹੀ ਨਜ਼ਰ ਸਾਹਿਬ? ਬਿਲਕੁਲ। ਉੱਥੇ ਦੁਕਾਨ 'ਚ ਗਏ, ਉਹ ਮੈਨੂੰ ਕਹਿੰਦੇ ਭਾਜੀ ਏਦਾਂ ਕਰੋ ਜੀ, ਰੁਪਈਏ 40,000 ਚੋਂ 27,000 ਤੁਹਾਨੂੰ ਵਾਪਸ ਕਰਤਾ, ਆ ਚੁੱਕੋ ਜੀ ਬਾਕੀ। ਹੁਣ ਉੱਥੇ ਮੇਰੀ ਪੜ੍ਹਾਈ ਉਹੀ ਕੰਮ ਆਉਣੀ ਆ, ਉਹਦਾ ਫਾਇਦਾ ਤੇ ਉਹੀ ਆ ਕਿ ਬਈ ਮੈਨੂੰ ਪੈਸੇ ਬਰਾਬਰ ਦੇ ਰਿਹਾ, ਕਿਤੇ ਘੱਟ ਵੱਧ ਤੇ ਨਹੀਂ ਦੇ ਰਿਹਾ। ਹਾਂ ਕਬੀਰ ਜੀ, ਬਾਣੀ ਵੀ ਤੇ ਉਹ ਕਹਿੰਦੀ ਆ ਕਿ ਤੂੰ ਪੜ੍ਹੀ ਤੇ ਜਾਨਾ, ਗੁੜੀ ਵੀ ਜਾਨਾ ਹੈ, ਉਹ 'ਚ ਤੈਨੂੰ ਪਤਾ ਹੈਗਾ ਚ ਗੁਣ ਕਿੱਦਾਂ ਕੱਢਣੇ। ਹਾਂਜੀ, ਉਹ ਕਬੀਰ ਜੀ ਜਿਹੜੇ ਆ ਨਾ ਕਹਿੰਦੇ ਤੂੰ ਰੁਕ ਜਾ, ਹੁਣ ਪੜ੍ਹਾਈ ਲਿਖਾਈ ਕੀਤੀ ਆ ਨਾ, ਤੂੰ ਮੈਨੂੰ ਦੱਸ ਦੇ ਵੀ ਤੂੰ ਇੰਨਾ ਜਿਹੜਾ ਹੈਗਾ 20 30 40 ਸਾਲ ਜਿਹੜੇ ਹੈਗੇ ਇਹ ਕੰਮ ਕਰ ਰਿਹਾ ਆ, ਤੇ ਮੈਨੂੰ ਉਹਦੀ ਪ੍ਰੋਗਰੈਸ ਤਾਂ ਦਿਖਾ ਦੇ ਜਰਾ, ਫਿਰ ਮੈਂ ਵੀ ਜਿਹੜਾ ਸ਼ੁਰੂ ਕਰਦਾ ਤੇਰਾ ਵਾਲਾ ਕੰਮ ਮੈਂ ਵੀ ਕਰ ਲੈਣਾ ਹੈ। ਜੇ ਤੈਨੂੰ ਕੋਈ ਫਾਇਦਾ ਹੋ ਰਿਹਾ, ਜੇ ਵਧੀਆ ਕੰਮ ਕਰ ਰਿਹਾ ਹੈ ਤੂੰ, ਤੇ ਮੈਂ ਵੀ ਕਰ ਲੈਣਾ ਹੈ, ਮੈਂ ਵੀ ਤੈਨੂੰ ਫਾਲੋ ਕਰ ਲੈਣਾ ਹੈ। ਹਾਂਜੀ ਵੀਰ ਜੀ। ਕਹਿੰਦੇ ਆ ਕਿ ਬਈ ਹੁਣ ਜੇ ਤੂੰ ਪੜ੍ਹਿਆ, ਹਾਂ ਕਹਿੰਦਾ ਮੈਂ ਪੜ੍ਹਾਈ ਕੀਤੀ ਆ, ਮੈਨੂੰ ਤੇ ਫਿਰ ਆ ਬਈ ਇਹਦਾ ਫਾਇਦਾ ਕੀ ਹੋਇਆ? ਏਦਾਂ ਕਰਕੇ ਮੈਨੂੰ ਹਿਸਾਬ ਕਰਕੇ ਦੇ ਦੇ, ਬਸ ਮੈਨੂੰ ਇਹਦਾ ਫਾਇਦਾ ਦੇ ਦੇ ਕਿ ਆ ਮੈਨੂੰ ਫਲਾਣੇ ਆੜਤੀਆ ਕਹਿੰਦਾ ਵੀ ਇੰਨਾ ਵਿਆਜ ਬਣ ਗਿਆ, ਹਾਂ ਤੇ ਮੈਨੂੰ ਦੱਸ ਯਾਰ ਉਹਦਾ ਬਣਿਆ ਕਿ ਨਹੀਂ ਬਣਿਆ, ਮੈਨੂੰ ਯਕੀਨ ਆ ਜਾਏ ਤੇਰੀ ਗੱਲਾਂ ਸੁਣ ਕੇ ਕਿ ਹਾਂ ਬਈ ਤੈਨੂੰ ਵੀ ਹਿਸਾਬ ਆਉਂਦਾ। ਤੇ ਉਹ ਕਹਿੰਦਾ ਭਾਜੀ ਮੈਨੂੰ ਹਿਸਾਬ ਨਹੀਂ ਆਉਂਦਾ, ਮੈਂ ਪੜ੍ਹਿਆ ਜ਼ਰੂਰ ਆ। ਉਹ ਕਹਿੰਦੇ ਤੇ ਪੜ੍ਹਿਆ ਤੇ ਫਾਇਦਾ ਕੀ ਹੋਇਆ? ਹੁਣ ਪ੍ਰੈਕਟੀਕਲੀ ਉਹ ਚੀਜ਼ ਦਾ ਇਸਤੇਮਾਲ ਕਰਨਾ ਹੈ। ਆਪ ਜਿੰਨੀ ਵੀ ਬਾਣੀ ਪੜ੍ਹੋ ਸਾਧ ਸੰਗਤ ਜੀ, ਬਾਣੀ ਦੇ ਵਿੱਚ ਕੇਵਲ ਜੀਵਨ ਨੂੰ ਚੁੱਕਣ ਬਾਰੇ ਗੱਲ ਹੋਈ ਆ। ਬਿਲਕੁਲ। ਆਪਾਂ ਕੀ ਕਰਦੇ ਹਾਂ? ਆਪਾਂ ਸੋਚਦੇ ਆਨੰਦ ਸਾਹਿਬ ਪੜ੍ਹ ਲਿਆ, ਹੋ ਗਿਆ ਕੰਮ, ਜਪਜੀ ਸਾਹਿਬ ਪੜ੍ਹ ਲਿਆ, ਚੌਪਈ ਸਾਹਿਬ ਪੜ੍ਹ ਲਿਆ, ਸੁਖਮਨੀ ਪੜ੍ਹ ਲਿਆ ਜੀ, ਹਾਂਜੀ ਕੀ ਹੋਊਗਾ ਜੀ? ਸੁੱਖਾਂ ਦੀ ਮਣੀ ਮੇਰੇ ਘਰ ਸੁੱਖ ਆ ਜਾਣਗੇ। ਉਹ ਭੋਲਿਓ, ਬਾਣੀ ਤੇ ਕਹਿੰਦੀ ਬ੍ਰਹਮ ਵਿਚਾਰ ਬਿਰਲਾ ਵਿਚਾਰੇ, ਤੁਹਾਨੂੰ ਉਹ ਕਹਿੰਦੇ ਵਿਚਾਰ ਕਰੋ। ਉਹ ਤੁਹਾਨੂੰ ਉਹ ਲੈਂਡਮਾਰਕ ਨੇ, ਨਕਸ਼ੇ ਨੇ, ਜੀਵਨ ਨੂੰ ਜੀਣਾ ਕਿੱਦਾਂ, ਚੱਜ ਤੇ ਆਚਾਰ ਸਿਖਾਉਣੇ ਤੁਹਾਨੂੰ ਉਹਨਾਂ ਨੇ, ਤੇ ਤੁਸੀਂ ਕਹਿੰਦੇ ਕਿ ਉੱਥੇ ਪੜ੍ਹ ਕੇ ਆ ਜਾਂਦੇ ਜੋ ਦਵਾ ਦਵ। ਤੇ ਉਹ ਪੜ੍ਹਨ ਦੇ ਨਾਲ ਤੁਹਾਨੂੰ ਕੀ ਲੱਭੂਗਾ ਦੱਸੋ? ਉਹ ਕਹਿੰਦੇ ਆ ਬਾਣੀ, ਮੈਂ ਨਹੀਂ ਕੁਛ ਕਹਿਣ ਦਿਆ। ਕਬੀਰ ਜੀ ਨੇ ਸਵਾਲ ਕਰਤਾ ਹੈ ਤੁਹਾਡੇ ਸਾਰਿਆਂ ਤੋਂ, ਕਹਿੰਦੇ ਕਿਆ ਪੜ੍ਹੀਏ? ਔਰ ਕਬੀਰ ਜੀ ਜਿਹੜੇ ਹੈਗੇ ਆਪਣੇ ਗੁਰੂ ਹੈਗੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਹੈਗੀ ਹੈ, ਗੁਰੂ ਹੈਗੇ ਆਪਣੇ, ਬਸ ਆਹ ਸਮਝ ਲਈਏ ਆਪਾਂ। ਹਾਂਜੀ ਵੀਰ ਜੀ। ਕਬੀਰ ਜੀ ਬਹੁਤ ਗਹਿਰੇ ਗਏ ਆ। ਉਹ ਆ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਮੰਗਣ ਦੇ, ਉਹ ਕਹਿੰਦੇ ਆ ਕੀ ਲਾਭ ਕੀ ਹੈ ਤੇਰਾ? ਤੂੰ ਪੜ੍ਹਿਆ, ਫਾਇਦਾ ਕੀ ਹੋਇਆ? ਤੂੰ ਯੂਨੀਵਰਸਿਟੀ ਗਿਆ, ਕਹਿੰਦਾ ਮੈਂ ਉੱਥੇ PhD ਕੀਤੀ ਆ, ਤੇਰੇ ਕੋਈ ਇੱਕ ਲੈਟਰ ਤੇ ਲਿਖੀ ਨਹੀਂ ਜਾਣਦੀ, ਫਾਇਦਾ ਕੀ ਹੋਇਆ ਤੇਰਾ? ਆ ਹਿਸਾਬ ਤੇ ਕਰ ਮੇਰੇ ਨਾਲ ਆ ਗਏ। ਸੋ ਕਹਿਣ ਤੋਂ ਭਾਵ ਆ, ਕਹਿੰਦੇ ਤੁਸੀਂ ਪੜ੍ਹੀ ਤੇ ਜਾਂਦੇ ਜੋ, ਗੁਣੀ ਵੀ ਜਾਂਦੇ ਜੋ, ਫਾਇਦਾ ਕੀ ਹੋਇਆ? ਗੁਣ ਕਿਹੜੇ ਕੱਢੇ ਜੋ ਤੁਸੀਂ? ਕੋਈ ਕੱਢਿਆ ਚੋਂ? ਨਹੀਂ ਕੱਢਿਆ। ਹਾਂ ਹੁਣ ਕਹਿੰਦੇ ਕਿਆ ਵੇਦ ਪ੍ਰਿਆਦਾਂ ਸੁਣੀ? ਕਹਿੰਦੇ ਜੇ ਤੂੰ ਵੇਦ ਵੀ ਸੁਣੀ ਜਾਂਦਾ ਵਾ,
ਪੁਰਾਣ ਵੀ ਸੁਣੀ ਪੁਰਾਣ ਵੀ ਸੁਣਦਾ ਹੈ। ਉਹ ਨਿੱਜਰ ਸਾਹਿਬ ਹੁਣ ਵੀ ਕਿਹੜੇ ਘੱਟ ਆ ਇੱਥੇ ਆਪਣੇ। ਹੁਣ ਮੈਂ ਸਵੇਰੇ ਵੇਖਿਆ ਤੇ ਇੱਥੇ ਬਾਬਾ ਜੀ ਵਾਚਮੈਨ ਲਾ ਕੇ ਉੱਚੀ ਬੈਠਾ, ਮਤਲਬ ਸਪੀਕਰ, ਤੇ ਸਾਰੀ ਕਲੋਨੀ ਨੂੰ ਭਾਜੀ ਬਣਾਈ ਵਿਚਾਰੇ ਨੇ। ਮੈਂ ਕਿਹਾ ਕਹਿੰਦਾ ਬਾਬਾ ਪਹਿਲਾਂ ਤੂੰ ਤੇ ਸੁਣ ਲਾ। ਵੇਦ ਪੁਰਾਣ ਦਾ ਮਤਲਬ ਇਹ ਨਹੀਂ ਹੈ ਕਿ ਹਿੰਦੂਆਂ ਦੇ ਵੇਦ ਪੁਰਾਣਾਂ ਦੀ ਗੱਲ ਹੋ ਰਹੀ, ਪੂਰੀ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੀ ਗੱਲ ਹੋ ਰਹੀ ਆ। ਇਹ ਨਾ ਸੋਚੀਏ ਕਿ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਉਹ ਤੁਹਾਡਾ ਗੁਰੂ ਗ੍ਰੰਥ ਸਾਹਿਬ ਤਾਂ ਜਿਹੜਾ ਹੈਗਾ ਉਹਨਾਂ ਦੀ ਗੱਲ ਜਿਹੜੀ ਹੈਗੀ ਉਸ ਟਾਈਮ ਜਿਹੜੀ ਹੈਗੀ ਉਸ ਟਾਈਮ ਇਹਦੀ ਸੰਪਾਦਨਾ ਹੀ ਨਹੀਂ ਕੀਤੀ ਗਈ ਸੀਗੀ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਹੁਣ ਆ ਕੇ ਇਹ ਗੱਲਾਂ ਹੋ ਗਈਆਂ ਕਲੀਅਰ। ਫਿਰ ਅੱਗੇ ਨਿੱਜਰ ਸਾਹਿਬ ਬੋਲੀ, ਕਿਆ ਪੜ੍ਹੇ ਲਿਖੇ ਪੜ੍ਹੇ ਸੁਣੇ ਕਿਆ ਹੋਈ ਜਦ ਸਹਿਜ ਨਾ ਮਿਲਿਓ ਸੋਈ। ਕਹਿੰਦੇ ਤੈਨੂੰ ਸਹਿਜ ਅਵਸਥਾ ਵੀ ਨਹੀਂ ਆਈ ਔਰ ਤੂੰ ਨਾਮ ਵਾਲੀ ਵਸਤੂ ਵੀ ਨਹੀਂ ਲੱਭੀ ਤੇ ਪਰਮਾਤਮਾ ਨਾਲ ਤਾਂ ਮਿਲਾਪ ਦੀ ਗੱਲ ਹੀ ਵੱਖਰੀ ਹੈ। ਦੱਸ ਹੁਣ ਤੇ ਪੜ੍ਹੇ ਸੁਣੇ ਨਾਲ ਕੀ ਹੋਇਆ, ਤੈਨੂੰ ਕੀ ਹੋਊਗਾ? ਕਹਿੰਦੇ ਮੈਂ ਤਾਂ ਕਬੀਰ ਜੀ ਕਹਿੰਦੇ ਜੋ ਵੇਸਟ ਹੋ ਗਿਆ ਤੇਰਾ ਮੈਂ ਨਹੀਂ ਉਹਨੂੰ ਦੇਖਦਾ। ਹੁਣ ਤੂੰ ਜਿੰਨੇ ਸਾਲ ਵੇਸਟ ਕਰ ਲਏ, ਜੋ ਕੁਛ ਕਰ ਲਿਆ, ਆਈ ਡੋਂਟ ਬਾਦਰ। ਕਹਿੰਦਾ ਮੈਂ ਕੁਛ ਵੀ ਨਹੀਂ ਕਰ ਸਕਦਾ ਉਹਦਾ। ਕਹਿੰਦੇ ਹੁਣ ਗਾਹਾਂ ਵਾਸਤੇ ਦੱਸ ਵੀ ਪੜ੍ਹੇ ਸੁਣੇ ਨਾ ਇਸ ਤਰ੍ਹਾਂ ਜਿਹੜੇ ਜਿਸ ਲੀ ਦੇ ਉੱਤੇ ਤੂੰ ਚੱਲ ਰਿਹਾ, ਜਿਸ ਰੂਟੀਨ ਤੇ ਤੂੰ ਚੱਲ ਰਿਹਾ ਆ, ਜਿਸ ਚੀਜ਼ ਤੇਰੇ ਅੰਦਰ ਆ ਚੀਜ਼ ਆ ਹੈਗਾ, ਤੇ ਤੂੰ ਖਾਲੀ ਜਿਹੜਾ ਹੈਗਾ ਪੜ੍ਹ ਰਿਹਾ ਆ, ਗਾ ਰਿਹਾ ਆ, ਸੁਣ ਰਿਹਾ ਆ, ਰਾਤ ਨੂੰ ਜਾਗ ਰਿਹਾ ਆ, ਬਸ ਇਹੀ ਜਿਹੜਾ ਹੈਗਾ ਉਹ ਜਿਹੜਾ ਸਾਜ਼ਾਂ ਦੇ ਨਾਲ ਜਿਹੜਾ ਹੈਗਾ ਇਹਨੂੰ ਪੜ੍ਹ ਰਿਹਾ ਹੈ। ਕੋਈ ਸਾਜ਼ਾਂ ਦੇ ਨਾਲ ਗਾ ਰਿਹਾ, ਕੋਈ ਸੁਣ ਰਿਹਾ। ਕਹਿੰਦੇ ਦੱਸ ਹੁਣ ਗਾਹਾਂ ਵੀ ਫਾਇਦਾ ਹੋਊਗਾ ਤੈਨੂੰ ਇਸ ਕੰਮ ਨਾਲ ਕਿ ਬਦਲੇਗਾ, ਕਿ ਆਪਣੇ ਆਪ ਨੂੰ ਹਟਾਏਗਾ ਇਸ ਕੰਮ ਤੋਂ, ਜਾਂ ਇਸ ਤੋਂ ਅੱਗੇ ਵੀ ਵਧੇਗਾ? ਪੜ੍ਹੇ ਸੁਣੇ ਕਿਆ ਹੋਈ? ਕਹਿੰਦੇ ਗਾਹਾਂ ਕੀ ਹੋਊਗਾ ਤੈਨੂੰ ਜਿਸ ਤਰ੍ਹਾਂ ਤੂੰ ਚੱਲ ਰਿਹਾ ਹੈ, ਜਦ ਤੂੰ ਇੰਪਲੀਮੈਂਟ ਹੀ ਨਹੀਂ ਕਰ ਰਿਹਾ ਉਹਦੇ ਵਿੱਚ। ਹੁਣ ਬ੍ਰਹਮ ਬਾਣੀ ਦੇ ਵਿੱਚ ਕੋਈ ਦੋਸ਼ ਥੋੜੀ ਨਾ ਹੈਗਾ। ਉਹ ਜੋ ਕਹਿ ਰਹੀ ਆਪਾਂ ਕਾਰਵਾਈ ਕਰ ਹੀ ਨਹੀਂ ਰਹੇ, ਤੇ ਫਿਰ ਆਪਾਂ ਕਿਸ ਤਰੀਕੇ ਦੇ ਨਾਲ? ਹੁਣ ਦਵਾਈ 'ਚ ਕੋਈ ਦੋਸ਼ ਥੋੜੀ ਨਾ, ਆਪਾਂ ਦਵਾਈ ਖਾ ਹੀ ਨਹੀਂ ਰਹੇ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਆਪਾਂ ਤਾਂ ਦਵਾਈ ਨਹੀਂ ਖਾ ਰਹੇ ਤੇ ਫਿਰ ਭਾਈ ਕਹਿੰਦੇ ਕਬੀਰ ਜੀ ਕਹਿੰਦੇ ਗਾਹਾਂ ਨੂੰ ਵੀ ਫਾਇਦਾ ਨਹੀਂ ਹੋਣਾ ਤੈਨੂੰ ਭਾਈ। ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਸਹਿਜ ਅਵਸਥਾ ਹੋਣੀ ਨਹੀਂ ਆ, ਪਰਮਾਤਮਾ ਦੇ ਨਾਲ ਮੁਲਾਕਾਤ ਨਹੀਂ ਹੋਣੀ, ਨਾਮ ਵਾਲੀ ਚੀਜ਼ ਨੂੰ ਤੂੰ ਪ੍ਰਗਟ ਨਹੀਂ ਕਰਨਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਪੜ੍ਹੇ ਲਿਖੇ ਪੜ੍ਹੇ ਸੁਣੇ ਕਿਆ ਹੋਏ। ਤੇ ਪੜ੍ਹਨ ਦੇ ਨਾਲ ਜਾਂ ਸੁਣਨ ਦੇ ਨਾਲ ਕੀ ਹੋਊਗਾ? ਹਾਂ, ਜੇ ਤੇਰੇ ਜੀਵਨ ਦੇ ਵਿੱਚ ਸਹਿਜ ਹੀ ਨਹੀਂ ਆਇਆ। ਬਸ ਹੁਣ ਸਹਿਜ ਦਾ ਮਤਲਬ ਪਤਾ ਕੀ ਹੈ? ਸਹਿਜ ਦਾ ਮਤਲਬ ਹੈ ਮਨ ਦਾ ਸਥਿਰ ਹੋ ਜਾਣਾ, ਮਨ ਤੇ ਕੰਟਰੋਲ ਆ ਜਾਣਾ। ਵੈਸੇ ਤੁਹਾਡਾ ਕਿਸੇ ਦਾ ਵੀ ਮਨ ਤੇ ਕੰਟਰੋਲ ਕਿੰਨਾ ਕੁ ਹੈ ਇਹ ਤੁਹਾਨੂੰ 2 ਮਿੰਟ 'ਚ ਹੀ ਪਤਾ ਲੱਗ ਜਾਣਾ। ਤੁਸੀਂ ਅੱਖਾਂ ਬੰਦ ਕੀਤੀਆਂ, ਮਨ ਮਾਰਦਾ ਪਟੂਸੀ ਕਿਤੇ ਉੱਧਰ, ਮਾਰਦਾ ਪਟੂਸੀ ਕਿਤੇ ਉੱਧਰ, ਮਨ ਤੇ ਬਹਿੰਦਾ ਹੀ ਨਹੀਂ ਆ। ਮਨ ਨਾ ਪਾਠ ਕਰਦਾ, ਨਾ ਪੂਜਾ ਕਰਦਾ, ਨਾ ਗੁਰਦੁਆਰੇ ਜਾਂਦਾ, ਨਾ ਮੰਦਿਰ ਜਾਂਦਾ। ਕਿੱਥੇ ਜਾਂਦਾ ਮਨ ਆਪਣੀਆਂ ਮਸਤੀਆਂ 'ਚ ਬੈਠਾ। ਹੁਣ ਆਪਾਂ ਕਹਿੰਦੇ ਆ ਨਾ ਕਿ ਸਾਡਾ ਮਨ ਤੇ ਕੰਟਰੋਲ ਆ। ਆਪ ਜਸਟ 2-4 ਦਿਨ ਸਾਧਨਾ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ ਕਿੰਨਾ ਕੁ ਕੰਟਰੋਲ ਹੈ। ਇਹਨੇ ਇੰਝ ਪਾਗਲ ਹੋ ਜਾਣਾ, ਇੰਨੇ ਵਿਚਾਰ ਸੁੱਟਦੇ ਨੇ ਤੁਹਾਡੇ ਅੰਦਰ, ਤੁਸੀਂ ਖੁਦ ਹੈਰਾਨ ਹੋ ਜਾਣਾ ਕਿ ਇੰਨੇ ਵਿਚਾਰ ਮੇਰੇ ਅੰਦਰ ਹੈ। ਆਪ ਕੇਵਲ ਧਿਆਨ ਸਿਮਰਨ ਬਾਰੇ ਸੋਚ ਕੇ ਵੇਖੋ, ਕਿੱਦਾਂ ਦੁਨੀਆ ਭਰ ਦੇ ਬਹਾਨੇ ਬਣਾਊਗਾ। ਉੱਥੇ ਕੰਮ ਤੇ ਜਾਣਾ ਹੈ, ਜੇ ਮੈਂ ਸਾਧਨਾ ਕਰੂੰਗਾ ਤੇ ਘਰ ਪਰਿਵਾਰ ਕਿੱਦਾਂ ਚੱਲੂਗਾ, ਵੀ ਏਦਾਂ ਕਿੱਦਾਂ ਬੜੀ ਮੁਸ਼ਕਿਲ ਹੋ ਜਾਏਗੀ, ਇਮਾਨਦਾਰੀ ਨਾਲ ਜੀਵਨ ਚਲਾਉਣਾ ਬੜਾ ਔਖਾ ਹੈ। ਦੁਨੀਆ ਭਰ ਦੀਆਂ ਗੱਲਾਂ ਇਕੱਠੀਆਂ ਕਰੀ ਜਾਣੀਆਂ। ਫਿਰ ਇਹਨੇ ਕਹਿਣਾ ਹੋਰ ਨਹੀਂ ਤੇ ਚੱਲ ਨੀਂਦ ਹੀ ਆ ਗਈ ਤੈਨੂੰ, ਸੌਂ ਜਾ। ਤੁਸੀਂ ਮਾੜਾ ਜਿਹਾ ਧਿਆਨ ਸਿਮਰਨ ਕਰੋਗੇ ਤੁਹਾਨੂੰ ਬਾਸੀਆਂ ਆਉਣ ਡੈ ਪੈਣੀਆਂ। ਕਿਸੇ ਤਰੀਕੇ ਨਾਲ ਉਹ ਚਾਹੁੰਦਾ ਕਿ ਉਹ ਕੰਮ ਕੀਤਾ ਜਾਵੇ ਜਿਹੜਾ ਉਹਨੂੰ ਚੰਗਾ ਲੱਗਦਾ। ਜਦੋਂ ਤੁਸੀਂ ਸਹਿਜ ਦਾ ਮਤਲਬ ਹੈ ਕਿ ਮਨ ਦਾ ਇਕਾਗਰ ਹੋ ਜਾਣਾ। ਮਨ ਦਾ ਇਕਾਗਰ ਹੋ ਜਾਣਾ ਮਤਲਬ ਉਹਦੇ ਲਈ ਪਾਵਰ ਲੱਗਣੀ ਆ, ਫ੍ਰੀ ਨਹੀਂ ਹੋਣਾ। ਹੁਣ ਦੇਖੋ ਨਦੀ ਆ, ਨਦੀ ਨੂੰ ਜਦੋਂ ਆਪਾਂ 2 ਕਿਨਾਰਿਆਂ ਦੇ ਵਿੱਚ ਬੰਨ੍ਹ ਦਿੰਦੇ ਆ ਤੇ ਕਿੱਡੀ ਖੂਬਸੂਰਤ ਹੈ, ਜਿੱਥੇ ਮਰਜ਼ੀ ਲੈ ਜਾਓ ਉਹਨੂੰ, ਕੰਟਰੋਲ 'ਚ ਆ ਗਈ ਨਾ। ਹੁਣ ਮਨ ਜਿਹੜਾ ਕੰਟਰੋਲ 'ਚ ਨਹੀਂ ਹੈਗਾ, ਅਵਾਰਾ ਘੋੜਾ ਵਾ। ਔਰ ਜਿੱਥੇ ਆਪਾਂ ਸਵਾਰੀ ਕਰਨੀ ਆ, ਔਰ ਅਸਲ ਦੇ ਵਿੱਚ ਮਨ ਦੇ ਉੱਤੇ ਆਪਾਂ ਨੂੰ ਬਹੁਤ ਕੰਮ ਕਰਨ ਦੀ ਲੋੜ ਪੈਂਦੀ ਹੈ ਜਦੋਂ ਵੀ ਆਪਾਂ ਧਿਆਨ ਸਿਮਰਨ ਕਰਦੇ ਹਾਂ। ਵੈਸੇ ਪਾਠ ਪੂਠ ਪੜ੍ਹਨਾ ਉਹ ਮਨ ਲਈ ਕੋਈ ਮੁਸ਼ਕਿਲ ਕੰਮ ਥੋੜੀ ਹੈ। ਮਨ ਤੇ ਮਿੰਟ ਲਾਉਂਦਾ। ਤੁਹਾਨੂੰ ਪਤਾ ਹੀ ਉਦੋਂ ਲੱਗਣਾ ਜਦੋਂ ਬਾਣੀ ਦੀ ਸਮਾਪਤੀ ਹੋ ਜਾਣੀ ਹੈ। ਤੁਸੀਂ ਸ਼ੁਰੂ ਕੀਤੀ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਵਿਚਲੀ ਜਿਹੜੀ ਬਾਣੀ ਹੋਈ ਤੇ ਮੈਂ ਕਿੱਥੇ ਚੱਲ ਗਿਆ। ਉੱਥੇ ਤੁਸੀਂ ਇੱਥੇ ਮੌਜੂਦ ਨਹੀਂ ਹੈਗੇ, ਕਿਉਂਕਿ ਉਹ ਮਸ਼ੀਨ ਤੋਂ ਕੰਮ ਲੈ ਲੈਂਦਾ ਹੈ। ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਨੂੰ ਚਾਲੂ ਕਰ ਦਿੰਦਾ।
ਤੇ ਆਪ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ। ਹਾਂਜੀ ਨਿੱਜਰ ਸਾਹਿਬ ਕਹਿੰਦੇ ਆ ਕਿ ਜੇ ਤੂੰ ਪੜ੍ਹਿਆ ਲਿਖਿਆ ਵਾ, ਸੁਣਿਆ ਵੀ ਬਹੁਤ ਹੈ ਤੂੰ, ਔਰ ਫਿਰ ਜੇ ਤੇਰੇ ਜੀਵਨ 'ਚ ਸਹਿਜ ਹੀ ਨਹੀਂ ਆਇਆ, ਤੇਰਾ ਮਨ ਇਕਾਗਰ ਹੀ ਨਹੀਂ ਹੋਇਆ, ਤੇਰਾ ਮਨ ਸ਼ਾਂਤੀ ਨਹੀਂ ਹੋਇਆ, ਤੇ ਫਾਇਦਾ ਕੀ ਹੋਇਆ? ਹਾਂਜੀ ਨਿੱਜਰ ਸਾਹਿਬ। ਹਰ ਕਾ ਨਾਮ ਨਾ ਜਪਸ ਗਵਾਰਾ, ਕਹਿੰਦੇ ਤੂੰ ਤਾਂ ਗਵਾਰ ਦਾ ਗਵਾਰ ਹੀ ਰਹਿ ਗਿਆ ਭਾਈ। ਤੇਰਾ ਟਾਈਮ ਜਿਹੜਾ ਹੈਗਾ ਤੂੰ ਆਹ ਸਾਰਾ ਕੀਤਾ ਹੈ, ਇਹਦੇ ਨਾਲ ਤੈਨੂੰ ਫਾਇਦਾ ਹੀ ਨਹੀਂ ਹੋਇਆ। ਇਹਨੂੰ ਤੇਰੀ ਹਉਮੈ ਹੋਰ ਵੱਧ ਗਈ ਹੈ ਤੇਰੀ। ਤੂੰ ਸਮਝਦਾ ਮੈਂ ਗਿਆਨੀ ਹੋ ਗਿਆ, ਬੜਾ ਜਿਹੜਾ ਹੈਗਾ ਤੈਨੂੰ ਇਹਨਾਂ ਦੇ ਅਰਥ ਆ ਗਏ, ਬਾਣੀ ਦੇ ਸਾਰਾ ਜਿਹੜਾ ਹੈਗਾ ਤੂੰ ਵਿਚਾਰ ਆ ਗਈ ਤੈਨੂੰ, ਤੇ ਰਿਹਾ ਤੂੰ ਗਵਾਰ ਦਾ ਗਵਾਰ ਹੀ। ਹਰ ਕਾ ਨਾਮ ਨਾ ਜਪਸ ਗਵਾਰਾ, ਹਾਲੇ ਵੀ ਨਹੀਂ ਜਪ ਰਿਹਾ ਤੂੰ ਤਾਂ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ, ਕੀ ਸੋਚ ਰਹੇ ਹੈ ਬਾਰ ਬਾਰ, ਦੱਸ ਕੀ ਸੋਚ ਰਹੇ ਹੈ, ਦੱਸ ਤੇਰੇ ਅੰਦਰ ਸੋਚ ਹੀ ਹੈ ਨਹੀਂ ਗੀ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਹਰ ਕਾ ਨਾਮ ਨਾ ਜਪਤ ਗਵਾਰਾ, ਗਵਾਰ ਕਹਿੰਦੇ ਨੇ ਬਿਲਕੁਲ ਇੱਕਦਮ ਗਵਾਰ, ਮੂਰਖ। ਕਹਿੰਦੇ ਤੂੰ ਇੱਕ ਪ੍ਰਮਾਤਮਾ ਨੂੰ ਛੱਡ ਕੇ ਬਾਕੀ ਤੂੰ ਦੁਨੀਆ ਭਰ ਦੇ ਪੰਗੇ ਲੈ ਆਨੇ ਆ। ਜਿਹੜਾ ਕੰਮ ਦਾ ਕੰਮ ਆ ਉਹ ਤੇ ਤੂੰ ਕਰਦਾ ਹੀ ਨਹੀਂ ਪਿਆ, ਔਰ ਜੇ ਤੂੰ ਕਰਦਾ ਪਿਆ ਵਾ ਤੇ ਤੇਰੇ ਜੀਵਨ 'ਚ ਸਹਿਜ ਹੋਣਾ ਚਾਹੀਦਾ, ਸਹਿਜ ਤੇ ਹੈਗਾ ਨਹੀਂ। ਬਿਲਕੁਲ। ਇਹਦਾ ਮਤਲਬ ਤੂੰ ਗਵਾਰੀ ਆ, ਕੋਈ ਚੰਗਾ ਥੋੜੀ ਸਿਆਣਾ ਥੋੜੀ ਆ। ਤੂੰ ਬੀਟੈਕ ਕੀਤੀ ਆ ਤਾਂ ਪਤਾ ਕਹਿੰਦਾ ਤੈਨੂੰ ਸਿੱਖੂ ਦਾ ਵੀ ਨਹੀਂ। ਗੋਰਖੀ ਸਾਹਿਬ ਦੇਖੋ, ਠੰਡ ਦਾ ਮੌਸਮ ਹੈ, ਠੰਡ ਆ ਰਹੀ ਹੈ, ਤੇ ਆਪਾਂ ਨੇ ਜਿਹੜੀ ਅੱਗ ਬਾਲੀ ਹੈ ਤੇ ਸੇਕ ਨਹੀਂ ਆਊਗਾ ਆਪਾਂ ਨੂੰ, ਆਪਣੇ ਅੰਦਰ ਸੇਕ ਨਹੀਂ ਆਊਗਾ ਜੇ ਆਪਾਂ ਨਾਮ ਜਪ ਰਹੇ ਹਾਂ। ਜੇ ਤੂੰ ਸਮਝ ਰਿਹਾ ਮੈਂ ਭਗਤੀ ਕਰ ਰਿਹਾ, ਤੇ ਭਗਤੀ ਦਾ ਫਲ ਫਾਇਦਾ ਵੀ ਤਾਂ ਹੋਣਾ ਚਾਹੀਦਾ। ਹਾਂਜੀ ਵੀਰ ਜੀ। ਪਰ ਇੰਨਾ ਵਿਚਾਰ ਕਿੱਥੇ ਹੋਣਾ? ਉਹ ਤੇ ਕਹਿੰਦੇ ਨਹੀਂ ਬਾਬਾ ਜੀ, ਇੱਥੇ ਸਾਡੇ ਲਾਗੇ ਗੁਰੂ ਇਕਬਾਲ ਜੀ ਹੈਗੇ ਨੇ ਬਾਬਾ ਜੀ, ਉਹ ਕਹਿੰਦੇ ਸੁਖਮਨੀ ਸਾਹਿਬ ਦੇ 50 ਪਾਠ ਕਰੋ ਜੀ। ਹਾਂ ਬਿਲਕੁਲ ਬਿਲਕੁਲ। ਉਹ ਤਾਂ ਬਹੁਤ ਜੀ, ਦੇਖੋ ਸੰਗਤ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਆ ਨਾ ਇਹਨਾਂ ਨੇ ਬਸ ਬਿਲਕੁਲ ਉਹ ਜੀਨਸ ਹੀ ਖਰਾਬ ਕਰ ਦਿੱਤੇ, ਬਿਲਕੁਲ ਜਿਹੜਾ ਹੈਗਾ ਨਸਲ ਖਤਮ ਕਰਤੀ। ਹਾਂ ਬਸ 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 ਆਹੀ ਚੀਜ਼ ਹੈਗੀ, ਆਹੀ ਚੀਜ਼ ਹੈਗੀ। ਅਬ ਦੇਖੋ ਬਾਣੀ 'ਚ, ਦੇਖੋ ਬਾਣੀ ਸ਼ੁਰੂ 'ਚ ਮੈਨੂੰ ਕਈ ਕਹਿੰਦੇ ਵੀਰ ਜੀ ਕਾਹਨੂੰ ਵਿਰੋਧ ਕਰੀ ਜਾਂਦੇ? ਉਹ ਮੈਂ ਵਿਰੋਧ ਮੈਂ ਕੀ ਕਰਨਾ, ਮੈਂ ਤੇ ਆਪ ਆਪਣਾ ਸਮਾਂ ਕੱਢਣ ਆ। ਆਪ ਬਾਣੀ ਨੂੰ ਪੜ੍ਹੋ। ਕੋਈ ਨਹੀਂ ਬਾਣੀ ਨੂੰ ਪੜ੍ਹਦਾ। ਇਹ ਵੇਖੋ ਕੀ ਕਹਿੰਦੀ ਹੈ ਬਾਣੀ। ਕਬੀਰ ਜੀ ਕਹਿੰਦੇ ਨੇ, ਕਬੀਰ ਜੀ ਵਿੱਚੋਂ ਕੱਢ ਲਈਏ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ, ਤੇ ਸਮਝ ਲਓ ਕਿ ਬਹੁਤ ਵੱਡਾ ਹਿੱਸਾ ਹੈ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਬਹੁਤ ਚੋਟੀ ਦੀ ਬਾਣੀ ਦਾ ਉਚਾਰਨ ਕੀਤਾ ਉਹਨਾਂ ਨੇ। ਚੌਥੇ ਪਦ ਦੀ ਬਾਣੀ ਇਨਕਲਾਬੀ ਬਾਣੀ ਆ, ਭੀੜ ਦੀ ਬਾਣੀ ਨਹੀਂ ਆ। ਉਹ ਸਾਨੂੰ ਸਵਾਲ ਕਰਦੇ ਨੇ ਕਿ ਦੇਖੋ ਕਿ ਤੂੰ ਪ੍ਰਮਾਤਮਾ ਦਾ ਨਾਮ ਛੱਡ ਕੇ ਬਾਕੀ ਸਾਰਾ ਕੁਝ ਕਰੀ ਜਾਂਦੇ ਆ, ਉਹਦਾ ਫਾਇਦਾ ਕੋਈ ਨਹੀਂ ਆ। ਹੁਣ ਆਪ ਜਸਟ ਦੇਖੋ, ਇਹ ਜਿਹੜੇ ਬੰਦੇ ਕਹਿੰਦੇ ਨੇ ਬਈ ਜੀ ਆ ਜੀ, ਫਿਰ ਪਤਾ ਕੀ ਕਹਿੰਦੇ ਆ? ਉਹ ਜੀ ਇਹ ਨਾਮ ਦੋ ਜੀ, ਬੱਚੀ ਨੇ ਨਾ ਇੰਨੇ ਬਾਣੀਆਂ ਦੇ ਪਾਠ ਜਿਹੜੇ ਕੰਠ ਕਰ ਲਏ ਜੀ, ਉਹ ਤੇ ਸਿਮਰਤੀ 'ਚ ਚੱਲ ਗਿਆ, ਉਹਦੇ ਨਾਲ ਜੀਵਨ ਥੋੜੀ ਤਾਂ ਹੋ ਜਾਣਾ ਤੁਹਾਡਾ। ਬਿਲਕੁਲ ਬਿਲਕੁਲ। ਉਹ ਤੇ ਮੋਟਰ ਐਕਸ਼ਨ ਹੈ, ਮੋਬਾਈਲ 'ਚ ਭਰ ਲਓ ਤੇ ਸੁਣੀ ਜਾਓ। ਬਿਲਕੁਲ ਸਹੀ ਗੱਲ ਹੈ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪੁੱਤ ਇੱਕ ਲਾਈਨ ਵੀ ਆਪਣੇ ਜੀਵਨ 'ਚ, ਇੱਕ ਉਹ ਬਾਣੀ ਤੇ ਕਹਿੰਦੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਤੇ ਬਹੁਤ ਜਨਮ ਨਾ ਆਵਾਂ। ਇੱਕ ਛਨੋ। ਉਹ ਤੇ ਕਹਿੰਦੇ ਮਨ ਨੂੰ ਸਾਧੋ। ਹੁਣ ਸਾਧਨਾ ਕਿੱਦਾਂ ਵਾ? ਹੁਣ ਆਪਾਂ ਜਦੋਂ ਇੰਸਟਰੂਮੈਂਟ ਲੈ ਕੇ ਆਉਂਦੇ ਆ, ਤਬਲਾ ਵੇਖਿਆ ਜਸਤਾਰ ਨੂੰ ਕਿੱਦਾਂ ਟਾਈਟ ਕਰਦੇ ਹੋ, ਤਾਰਾਂ ਵੱਧ ਘੱਟ ਟਾਈਟ ਕਰਕੇ ਉਹਨੂੰ ਐਡਜਸਟ ਕਰਨੀਆਂ ਪੈਂਦੀਆਂ। ਉਹ ਕਹਿੰਦੇ ਭਰਾਵਾ ਆਪਣੇ ਮਨ ਨੂੰ ਐਡਜਸਟ ਕਰ, ਇਹ ਉਹ ਚੀਜ਼ਾਂ ਕਰ ਰਿਹਾ ਜਿਹੜੀਆਂ ਇਹਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹਨੂੰ ਥੋੜਾ ਜਿਹਾ ਸ਼ਿੱਕੂ ਪਾ, ਲਗਾਮ ਪਾ ਕੇ ਰੱਖ, ਕਿਉਂਕਿ ਹੈ ਤੇਰਾ ਇੱਕ ਨੌਕਰ ਆ। ਜਿਹੜਾ ਤੇਰਾ ਮਾਲਕ ਆ ਤੂੰ ਉਹਨੂੰ ਨੌਕਰ ਬਣਾਇਆ ਵਾ, ਤੇ ਜਿਹੜਾ ਨੌਕਰ ਆ ਉਹਨੂੰ ਤੂੰ ਮਾਲਕ ਬਣਾ ਕੇ ਬੈਠਾ। ਹੁਣ ਜਿਹੜਾ ਮਾਲਕ ਆ ਉਹ ਸਾਡੀ ਆਤਮਾ ਹੈ। ਆਤਮਾ 'ਚ ਮੈਲ ਨਹੀਂ ਹੈਗੀ, ਉਹ 'ਚ ਮਲੀਨਤਾ ਨਹੀਂ, ਉਹ ਤੇ ਪਵਿੱਤਰ ਹੈ। ਪਰ ਅਸੀਂ ਜਦੋਂ ਮਨ ਦੇ ਵਿੱਚ ਆ ਜਾਂਦੇ ਹਾਂ ਤੇ ਮਨ ਤੇ ਤੁਹਾਨੂੰ ਪਤਾ ਹੀ ਆ, ਮਨ ਮੈਲੇ ਤੇ ਸਭ ਕੁਛ ਮੈਲਾ। ਬਸ ਬਸ ਬਸ। ਉਹਨੇ ਭਗਤੀ ਨੂੰ ਮੈਲੀ ਕਰ ਦੇਣਾ ਵਾ, ਉਹਨੇ ਜਪ ਨੂੰ ਮੈਲਾ ਕਰ ਦੇਣਾ ਵਾ, ਉਹਨੇ ਜੋ ਮਰਜ਼ੀ ਲੈ ਆਓ। ਤੁਸੀਂ ਦਾਨ ਕਰਕੇ ਵੇਖ ਲਓ, ਪੁੰਨ ਕਰਕੇ ਵੇਖ ਲਓ, ਉਹਦੇ ਮਗਰ ਉਹ ਚਾਹੁੰਦਾ ਕੀ ਆ? ਤੁਸੀਂ ਉੱਥੇ 2-4 ਹਜ਼ਾਰ ਦਾ ਲੰਗਰ ਲਾ ਕੇ ਵੇਖ ਲਓ, ਟਰੱਕ ਉੱਥੇ ਮੰਗ ਲੈਣਾ ਨੇ ਉਸੇ ਵਕਤ ਹੀ, ਮੈਨੂੰ ਟਰੱਕ ਵੀ ਚਾਹੀਦਾ। ਉਹ ਤੇ ਬਾਰਗੇਨਿੰਗ ਕਰਦਾ, ਬਿਜਨਸ ਕਰਦਾ, ਉਹ ਟ੍ਰੇਡ ਕਰਦਾ, ਸ਼ੁਰੂ 'ਚ ਟ੍ਰੇਡ ਕਰਦਾ। ਪਰ ਜਦੋਂ ਇਸ ਨੂੰ ਆਪਾਂ ਬਾਰ-ਬਾਰ ਧਿਆਨ ਸਿਮਰਨ ਕਰਦੇ ਜਾਂਦੇ ਹਾਂ, ਫਿਰ ਇੱਕ ਸਮਾਂ ਆਊਗਾ ਇਹਨੇ ਫਿਰ ਤੁਹਾਡੀ ਮਦਦ ਕਰਨ ਲੱਗ ਜਾਣਾ।
ਥੋੜਾ ਜਾਨਵਰ ਹੈ ਨਾ, ਦੇਖੋ ਆਪ ਜਾਨਵਰ ਨੂੰ ਜਦੋਂ ਹਾਥੀ ਨੂੰ ਸ਼ਿਕਾਇਤਾ ਨਾ, ਉਹ ਸਿੱਖਦਾ ਥੋੜੀ ਇੱਕਦਮ, ਰੌਲਾ ਪਾਉਂਦਾ ਪੂਰਾ ਕਿ ਮੈਂ ਕਿਉਂ ਕੰਮ ਕਰਾਂ, ਮੈਂ ਤੇ ਵਿਹਲਾ ਬਹੂੰਗਾ, ਘਾਹ ਖਾਊਂਗਾ, ਇੱਥੇ ਏਦਾਂ ਲੰਮੇ ਪਿਆ ਕਰੂੰਗਾ। ਪਰ ਹੌਲੀ ਹੌਲੀ ਸ਼ੁਰੂ ਚ ਜਿਹੜੀ ਮਿਹਨਤ ਕਰਨੀ ਪੈਂਦੀ ਆ, ਜਦੋਂ ਹਾਥੀ ਟ੍ਰੇਨ ਹੋ ਜਾਂਦਾ ਤੇ ਫਿਰ ਕਿੰਨੇ ਕੰਮ ਕਰਦਾ ਸਾਡੇ ਲਈ। ਇਸੇ ਹੀ ਤਰ੍ਹਾਂ ਸਾਡਾ ਮਨ ਆ, ਸ਼ੁਰੂ ਚ ਜਿਹੜਾ ਅੜੀਅਲ ਘੋੜਾ ਹੈ, ਜਦੋਂ ਇਹਦੇ ਤੇ ਕਾਠੀ ਪੈ ਗਈ ਤੇ ਫਿਰ ਇਹਨੇ ਆਪਣੇ ਕੰਮ ਕਰਨੇ ਆ, ਫਿਰ ਨੌਕਰ ਵਾਂਗੂ ਸਾਡਾ ਹੁਕਮ ਦਾ ਪਾਲਣਾ ਕਰੂਗਾ। ਹਾਂਜੀ ਨਜਸ ਅੱਗੇ ਚਲੀ। ਹਾਂਜੀ ਵੀਰ ਜੀ। ਉਹ ਕਹਿੰਦੇ ਹਰ ਕਾ ਨਾਮ ਨਾ ਜਪਤ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਉਹ ਕਹਿੰਦੇ ਆ ਕਿ ਤੂੰ ਸੋਚੀ ਜਾਣਦੇ ਆ ਹੈਂ, ਜਿੱਦਾਂ ਬੰਦਾ ਡੌਰ ਭੋਰਾ ਹੋ ਜਾਂਦਾ, ਕਹਿੰਦੇ ਜੀ ਮੈਨੂੰ ਪਤਾ ਨਹੀਂ ਲੱਗਣ ਦਾ ਕੀ ਕਰਨਾ। ਉਹ ਕਹਿੰਦੇ ਤੂੰ ਬਾਰ-ਬਾਰ ਸੋਚੀ ਜਾਂਦੇ ਆ, ਉਹ ਤੈਨੂੰ ਪਤਾ ਨਹੀਂ ਹੈ ਕਿ ਪ੍ਰਮਾਤਮਾ ਦਾ ਨਾਮ ਤੋਂ ਬਿਨਾਂ ਕੁਛ ਹੋਰ ਤੇ ਕੰਮ ਹੀ ਦੀ ਚੀਜ਼ ਹੈ ਨਹੀਂ ਆ ਸੰਸਾਰ ਤੇ। ਤੂੰ ਉਹਨੂੰ ਛੱਡ ਕੇ ਤੇ ਬਾਕੀ ਸਭ ਕੁਝ ਕਰ ਰਿਹਾ। ਔਰ ਗਵਾਰ ਕਹਿ ਰਹੇ ਨੇ ਕਿ ਤੂੰ ਇੱਕ ਤੇ ਜਾਨਵਰ ਆ, ਜਾਨਵਰ ਜਿੰਦਾ ਨੇ, ਬਸ ਉਹ ਜੀਣ ਨਹੀਂ ਦੇ, ਆਪਾਂ ਜੀਂਦੇ ਆ। ਅਸੀਂ ਆਪਣੇ ਫੈਸਲੇ ਦੇ ਮਾਲਕ ਆ। ਹੁਣ ਘਰੇ 2-4 ਸਬਜ਼ੀਆਂ ਐ, ਅਸੀਂ ਜਿਹੜੀ ਮਰਜ਼ੀ ਚੂਜ਼ ਕਰ ਸਕਦੇ ਹਾਂ, ਸਾਨੂੰ ਕੋਈ ਜ਼ਬਰਦਸਤੀ ਥੋੜੀ ਆ। ਹੁਣ ਮੇਰੀ ਅਲਮਾਰੀ 'ਚ 3-4 ਪੈਂਟਾਂ ਆਈਆਂ, ਮੇਰੀ ਮਰਜ਼ੀ, ਮੈਂ ਜਿਹੜੀ ਮਰਜ਼ੀ ਪਾ ਲਾਂ। ਜਾਨਵਰਾਂ ਨੂੰ ਥੋੜੀ ਪੈਂਟਾਂ ਦੇ ਆਪਸ਼ਨ ਹੈਗੇ ਆ, ਉਹਦੇ ਵਿਚਾਰਿਆਂ ਨੂੰ ਸੌਣਾ ਪੈਣਾ ਰੁੱਖ ਥੱਲੇ, ਐਰਾ ਵਗੈਰਾ ਜੰਗਲਾਂ 'ਚ ਰਹਿਣਾ, ਮੱਛਰ ਮੱਖੀਆਂ ਆਈਆਂ ਤੇ ਲੜਦੀਆਂ ਵਿਚਾਰਿਆਂ ਨੂੰ, ਤੇ ਉਹ ਉਹਨਾਂ ਕੋਲ ਆਪਸ਼ਨ ਨਹੀਂ ਹੈਗੇ। ਇਸੇ ਕਰਕੇ ਬਾਣੀ 'ਚ ਕਹਿ ਰਹੇ ਨੇ ਕਿ ਹਰ ਕਾ ਨਾਮ ਤੂੰ ਜਪ ਨਹੀਂ ਰਿਹਾ, ਗਵਾਰ ਹੈਗਾ, ਕਿਆ ਸੋਚੇ ਬਾਰੰਬਾਰਾ। ਤੂੰ ਸੋਚ ਕੀ ਦਿਆ ਹੈ, ਔਰ ਤੂੰ ਸੋਚ ਕੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਿਹਾ। ਵੇਖੋ ਬਾਣੀ ਕਬੀਰ ਜੀ ਦੀ ਕੀ ਕਹਿ ਰਹੀ ਹੈ, ਤੇ ਹੁਣ ਕਿੰਨੇ ਕੁ ਲੋਕ ਕਬੀਰ ਜੀ ਦੀ ਬਾਣੀ ਨੂੰ ਫੋਲੋ ਕਰ ਰਹੇ ਨੇ। ਕਿੱਡੇ ਵੱਡੇ ਆਪਣੇ ਪੰਜਾਬ ਦੇ ਵਿੱਚ ਧਰਮ ਬਣ ਗਏ ਆ। ਉਹ ਕਹਿੰਦੇ ਕਬੀਰ ਜੀ ਦੀ ਬਾਣੀ ਸਾਡੇ ਕੋਲ ਹੈਗੀ ਆ, ਪਰ ਕਬੀਰ ਜੀ ਦੀ ਆਹ ਬਾਣੀ ਤੇ ਕਿਤੇ ਸੁਣਾਈ ਨਹੀਂ ਉਹਨਾਂ ਨੂੰ। ਇੱਕ ਤੁੱਕ ਵੀ ਕਿਸੇ ਨੇ ਬੋਲੀ ਆ, ਕਹਿੰਦੇ ਬਾਣੀ ਚ। ਦੱਸੋ ਤੁਸੀਂ, ਇੰਨਾ ਟਾਈਮ ਹੋ ਗਿਆ ਟੀਵੀ ਤੇ ਇਹ ਬਾਣੀ ਦੀ ਕਿਤੇ ਕਥਾ ਸੁਣੀ ਜੇ? ਕੋਈ ਕਥਾ ਕਰਦੇ ਨੂੰ ਸੁਣਿਆ ਕਿਸੇ ਨੂੰ? ਜੇ ਕਿਸੇ ਨੇ ਕਥਾ ਕਰਤੀ, ਉਹਦੀ ਨੌਕਰੀ ਖੋਹ ਲੈਣੀ ਇਹਨਾਂ। ਆਪ ਜਸਟ ਸੋਚੋ, ਪਰ ਬਾਣੀ ਚ ਸਾਰੀ ਬਾਣੀ ਲਿਖੀ ਹੈ। ਹਾਂਜੀ ਨਜਾ ਸਾਹਿਬ। ਉਹ ਤਾਂ ਕਹਿੰਦੇ ਆ ਭਾਈ ਕਿ ਵੀ ਅੰਦਰ ਵੜਨ ਵਾਲੀ ਗੱਲ ਨਹੀਂ ਕਰਨੀ, ਵੀ ਜੇ ਪਰਮਾਤਮਾ ਅੰਦਰ ਆ, ਭਗਤੀ ਅੰਦਰ ਆ, ਕਹਿੰਦੇ ਫਿਰ ਸਾਡੇ ਚੜਾਵਾ ਕੌਣ ਚੜਾਊਗਾ ਗੁਰਦੁਆਰੇ 'ਚ, ਮੰਦਿਰ ਦੇ ਵਿੱਚ? ਕਬੀਰ ਜੀ ਤੇ ਉਹ ਜਿਹੜੀ ਸਾਡੀ ਮੇਨ ਟੂਲ ਹੈ, ਉਹ ਖੋਲਿਆ ਸਾਡੇ ਤੋਂ। ਬਿਲਕੁਲ, ਮੈਂ ਤਾਂ ਦੇਖਿਆ ਗੋਰਖੀ ਬਾਰ-ਬਾਰ ਗਵਾਰਾ। ਹਾਂਜੀ, ਮੈਂ ਤਾਂ ਦੇਖਿਆ ਗੋਰਖੀ ਸਾਹਿਬ ਬਿਲਕੁਲ ਇੰਸਟਰਕਸ਼ਨ ਦਿੱਤੀ ਹੈ। ਮੈਂ ਬਲੈਕ ਐਂਡ ਵਾਈਟ ਜਿਹੜਾ ਹੈਗਾ, ਜਿਹੜੇ ਆਪਣੇ ਜਿਹੜੇ ਕੀਰਤਨੀਏ ਹੈਗੇ ਉਹਨਾਂ ਨੂੰ ਕਹਿੰਦੇ ਵੀ ਧਿਆਨ ਸਿਮਰਨ ਵਾਲੀ ਗੱਲ ਨਹੀਂ ਕਰਨੀ, ਬਾਕੀ ਬਾਣੀ ਪੜ੍ਹੋ, ਬਸ ਜੋ ਕੀਰਤਨ ਕਰੋ ਚੰਗੀ ਤਰ੍ਹਾਂ, ਬਸ ਇੰਨਾ ਇੱਥੇ ਤੱਕ ਰਹੋ, ਬਸ ਇਹ ਵਾਹਿਗੁਰੂ ਜਾਂ ਧਿਆਨ ਸਿਮਰਨ ਵਾਲੀ ਇਹ ਗੱਲ ਨਹੀਂ ਕਰਨੀ ਇੱਥੇ। ਉਹ ਤੇ ਫਿਰ ਪ੍ਰੋਬਲਮ ਹੋ ਜਾਣੀ ਹੈ ਨਾ, ਫਿਰ ਰੌਲਾ ਪੈ ਜਾਣਾ। ਬਸ ਹਾਂਜੀ ਨਜਾ ਸਾਹਿਬ ਅੱਗੇ ਚੱਲੀਏ। ਅੱਗੇ ਕਬੀਰ ਜੀ ਤਾਂ ਬਹੁਤ ਕਮਾਲ ਦੀ ਗੱਲ ਕਰ ਰਹੇ, ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਕਹਿੰਦੇ ਦੇਖ ਤੇਰੇ ਅੰਦਰ ਘੁੱਪ ਹਨੇਰਾ ਹੈ, ਤੈਨੂੰ ਪਤਾ ਹੀ ਨਹੀਂ ਹੈਗਾ ਤੂੰ ਕਰਨਾ ਕੀ ਹੈਗਾ। ਤੂੰ ਤਾਂ ਜਿਹੜਾ ਹੈਗਾ ਬਸ ਆਹ ਕੰਮ ਕਰੀ ਜਾ ਰਿਹਾ ਆ, ਤੇ ਤੈਨੂੰ ਤਾਂ ਦੀਵੇ ਦੀ ਲੋੜ ਸੀ, ਤੂੰ ਤਾਂ ਹਨੇਰੇ 'ਚ, ਤੈਨੂੰ ਰਸਤਾ ਹੀ ਨਹੀਂ ਪਤਾ। ਧਿਆਨ ਸਿਮਰਨ ਵਾਲੀ ਗੱਲ ਤਾਂ ਤੈਨੂੰ ਪਤਾ ਹੀ ਨਹੀਂ ਹੈ। ਹਰ ਕਾ ਨਾਮ ਨਾ ਜਪਸ ਗਵਾਰਾ, ਤੂੰ ਗਵਾਰ ਦਾ ਗਵਾਰ ਹੀ ਹੈਗਾ ਆ, ਤੇ ਹਾਲੇ ਵੀ ਪਤਾ ਨਹੀਂ ਲੱਗ ਰਿਹਾ। ਤੈਨੂੰ ਤਾਂ ਘੱਟ ਤੋਂ ਘੱਟ ਕੋਈ ਦੀਵਾ ਬਾਲਣਾ ਚਾਹੀਦਾ, ਰਸਤਾ ਤਾਂ ਪਤਾ ਲੱਗੇ ਨਾ ਕਿਹੜਾ ਰਸਤਾ ਹੈਗਾ। ਤੇ ਦੇਖੋ ਐਸੀ ਕਮਾਲ ਦੀ ਗੱਲ ਹੈਗੀ, ਵਿਡੰਬਨਾ ਐਸੀ ਹੈਗੀ, ਕਹਿੰਦੇ ਤੇਰੇ ਹੱਥ ਦੇ ਵਿੱਚ ਦੀਵਾ ਵੀ ਹੈਗਾ, ਬ੍ਰਹਮ ਗਿਆਨ ਵੀ ਹੈਗਾ, ਤੇਰੇ ਕੋਲ ਦੀਵਾ ਹੈਗਾ ਤੇਰੇ ਹੱਥ ਦੇ ਵਿੱਚ, ਤੇ ਤੂੰ ਜਗਾਇਆ ਹੀ ਨਹੀਂ ਹੈ ਦੀਵਾ। ਇਸ ਤੇ ਨਾ ਮੈਨੂੰ ਇੱਕ ਛੋਟੀ ਜਿਹੀ ਜਿਹੜੀ ਹੈਗੀ ਗੱਲ ਯਾਦ ਆਈ ਆ। ਇੱਕ ਮਤਲਬ ਜਿਹੜੇ ਬਜ਼ੁਰਗ ਸੀਗੇ, ਹਾਫਿਜ਼ ਕਹਿੰਦੇ ਆ ਉਹਨਾਂ ਨੂੰ, ਮੁਸਲਮਾਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ, ਅੰਨੇ ਹੁੰਦੇ ਵਿਚਾਰੇ, ਤੇ ਹਾਫਿਜ਼ ਜੀ ਸੀਗੇ, ਤੇ ਉਹ ਮਸਜਿਦ ਜਾਂਦੇ ਸੀ, ਤੇ ਉਹਨਾਂ ਦੀ ਜਿਹੜੀ ਨੂੰਹ ਹੈਗੀ ਉਹਨੇ ਕਿਹਾ ਵੀ ਹਾਫਿਜ਼ ਜੀ ਆਪ ਜੋ ਹੈ ਜੇ ਇੱਕ ਨਾ ਇਹ ਲਾਲਟਨ ਰੱਖ ਲਓ। ਕਹਿੰਦੇ ਹਾਫਿਜ਼ ਜੀ ਕਹਿੰਦੇ ਤੂੰ ਮੇਰੇ ਨਾਲ ਮਜ਼ਾਕ ਕਰਦੀ ਆ ਵੀ ਮੈਂ ਜਿਹੜਾ ਹੈਗਾ ਲਾਲਟਨ ਰੱਖ ਲਾਂ, ਮੇਰੀਆਂ ਤਾਂ ਅੱਖਾਂ ਹੀ ਹੈ ਨਹੀਂ, ਮੈਂ ਲਾਲਟਨ ਦਾ ਕੀ ਕਰੂੰਗਾ। ਨਹੀਂ, ਕਹਿੰਦੇ ਜਿਹੜਾ ਲਾਲਟਨ ਜਗਾ ਲਓਗੇ ਤੁਸੀਂ, ਤੇ ਫਿਰ ਜਿਹੜਾ ਰਸਤੇ 'ਚ ਕੋਈ ਆਊਗਾ ਤੇ ਤੁਹਾਡੇ ਨਾਲ ਟੱਕਰ ਨਹੀਂ ਖਾਊਗਾ। ਤੇ ਹਾਫਿਜ਼ ਜੀ ਨੂੰ ਗੱਲ ਸਮਝ ਆ ਗਈ, ਤੇ ਹੁਣ ਜਿਹੜੇ ਹੈਗੇ ਹਾਫਿਜ਼ ਜੀ ਨੇ ਲਾਲਟਨ ਰੱਖ ਲਈ, ਤੇ ਗਾਹਾਂ ਥੋੜ੍ਹੀ ਦੇਰ ਗਏ, ਤੇ ਉਹ ਜਿਹੜਾ ਗਾਹਾਂ ਆ ਕੇ ਸਾਈਕਲ ਵਾਲਾ ਵਿੱਚ ਵੱਜਿਆ, ਠਾਹ ਦੇਣੀ, ਤੇ ਕਹਿੰਦੇ ਤੂੰ ਅੰਨਾ ਆ, ਤੈਨੂੰ ਦਿਖਦਾ ਨਹੀਂ ਆ ਲਾਲਟਨ ਨਹੀਂ ਦਿਖੀ ਤੈਨੂੰ? ਕਹਿੰਦੇ ਹਾਫਿਜ਼ ਜੀ ਲਾਲਟਨ ਤਾਂ ਜਗਾ ਲੈਣੀ ਸੀ, ਉਹ ਕਿਤੇ ਬੁਝ ਗਈ ਹਵਾ ਦੇ ਵਿੱਚ। ਤੇ ਐਵੇਂ ਦੀ ਗੱਲ ਆਪਣੇ ਕੋਲ ਹੈਗੀ ਆ।
ਆਪਾਂ ਦੀਵਾ ਵੀ ਰੱਖਿਆ ਹੋਇਆ ਹੈ ਤੇ ਉਹ ਜਗਾ ਹੀ ਨਹੀਂ ਰਿਹਾ, ਉਹਦੀ ਰੋਸ਼ਨੀ ਨਹੀਂ ਲੈ ਰਹੇ। ਕਹਿੰਦੇ ਕਬੀਰ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ ਮਤਲਬ ਚਾਹੀਦਾ ਹੈ ਭਾਈ, ਤੇਰੇ ਕੋਲ ਤਾਂ ਗਿਆਨ ਦਾ ਦੀਵਾ ਹੋਣਾ ਚਾਹੀਦਾ ਹੈ। ਤੂੰ ਗਿਆਨ ਦਾ ਦੀਵਾ ਜਾ ਕੇ ਰਸਤਾ ਦੇਖ ਲਾ। ਤੇ ਤੇਰੇ ਅੰਦਰ ਜਿਹੜਾ ਹੈਗਾ ਇੱਕ ਬਸਤ ਅਗੋਚਰ ਲਈਏ, ਤੇਰੇ ਅੰਦਰ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਕਹਿੰਦੇ ਉਹ ਵਸਤੂ ਤੇਰੇ ਅੰਦਰ ਅਗੋਚਰ, ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ। ਕਹਿੰਦੇ ਉਹ ਲੈ ਲੈਣੀ ਚਾਹੀਦੀ ਸੀ ਤੈਨੂੰ ਹਾਲੇ ਤੱਕ। ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਕਹਿੰਦੇ ਬਸਤ ਅਗੋਚਰ, ਕਹਿੰਦੇ ਮੈਂ ਤਾਂ ਬਸਤ ਅਗੋਚਰ ਪਾ ਲਈ ਤੇ ਮੇਰੇ ਅੰਦਰ ਤਾਂ ਦੀਵਾ ਜਾਗ ਗਿਆ ਗਿਆਨ ਦਾ। ਹੁਣ ਤਾਂ ਐਸਾ ਦੀਵਾ ਨਾਮ ਦਾ ਐਸਾ ਦੀਵਾ ਜਾਗ ਗਿਆ ਕਿ ਹੁਣ ਮੈਨੂੰ ਕਿਸੇ ਪਾਸੇ ਜਿਹੜਾ ਹੈਗਾ ਮੇਰਾ ਮਨ ਜਾਂਦਾ ਹੀ ਨਹੀਂ ਕਿਸੇ ਪਾਸੇ ਮਾੜੇ ਰਸਤੇ ਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਨਿੱਜਾ ਸਾਹਿਬ ਪਹਿਲੀ ਬੋਲੋ। ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ। ਕਹਿੰਦੇ ਕਿ ਹਨੇਰੇ ਦੇ ਵਿੱਚ ਜੇਕਰ ਜਾਣਾ ਹੈ ਨਾ, ਹਾਂ, ਤੇਰੇ ਹੱਥ 'ਚ ਦੀਪਕ ਚਾਹੀਦਾ। ਹੁਣ ਤੂੰ ਸੰਸਾਰ 'ਚ ਤੁਰਿਆ ਫਿਰਦਾ, ਤੈਨੂੰ ਪਤਾ ਮਾਇਆ ਪ੍ਰਪੰਚ ਹੈਗੀ ਆ ਤੇ ਤੇਰੇ ਕੋਲ ਦੀਪਕ ਹੈਗਾ। ਹਾਂ, ਐਵੇਂ ਗੱਡੀ ਭਜਾਈ ਫਿਰਦਾ। ਹੁਣ ਤੁਸੀਂ ਸਿਆਣੇ ਜੋ, ਸਾਰੇ ਸਿਆਣੇ ਜੋ, ਆਪਾਂ ਆਪਣੀ ਗੱਡੀ ਦੀ ਲਾਈਟ ਨਹੀਂ ਚੱਲਦੀ ਕਿ ਆਪਾਂ ਗੱਡੀ ਹਾਈਵੇ ਤੇ ਲੈ ਕੇ ਜਾਂਦੇ ਆ? ਨਹੀਂ। ਆਪਾਂ ਕਹਿੰਦੇ ਨਹੀਂ ਭਾਊ ਅੱਜ ਨਹੀਂ ਜਾਣਾ, ਅਸੀਂ ਸਾਡੀ ਗੱਡੀ ਦੀਆਂ ਲਾਈਟਾਂ ਨਹੀਂ ਚੱਲਣ ਦੀਆਂ। ਉਹ ਕਹਿੰਦੇ ਆ ਕਿ ਤੂੰ ਜੀਵਨ ਰੂਪੀ ਗੱਡੀ ਚਲਾ ਰਿਹਾ ਹੈ ਔਰ ਤੇਰੇ ਕੋਲ ਦੀਪਕ ਨਹੀਂ ਹੈਗਾ, ਔਰ ਤੇਰਾ ਜੀਵਨ ਜਿਹੜਾ ਪੂਰਾ ਹਨੇਰੇ ਦੇ ਵਿੱਚ ਤੂੰ ਗੁੱਥਮ ਗੁੱਥਾ ਹੋ ਰਿਹਾ। ਚਿੱਤ ਤੇਰਾ ਅਸ਼ਾਂਤ ਆ, ਮਨ ਤੇਰਾ ਅਸ਼ਾਂਤ ਆ, ਤੈਨੂੰ ਇਹ ਨਹੀਂ ਪਤਾ ਖਾਣਾ ਕੀ ਆ, ਤੈਨੂੰ ਇਹ ਨਹੀਂ ਪਤਾ ਪਾਉਣਾ ਕੀ ਆ, ਤੂੰ ਕਰਨ ਕੀ ਦਿਆਂ? ਤੈਨੂੰ ਇਹ ਨਹੀਂ ਪਤਾ ਬੋਲਣਾ ਕੀ ਹੈ, ਤੈਨੂੰ ਇਹ ਨਹੀਂ ਪਤਾ ਸੁਣਨਾ ਕੀ ਹੈ, ਤੈਨੂੰ ਇਹ ਨਹੀਂ ਪਤਾ ਵੇਖਣਾ ਕੀ ਹੈ। ਤੂੰ ਉਹ ਵੇਖਦਾ ਹੈ ਜਿਹੜਾ ਤੈਨੂੰ ਨਹੀਂ ਵੇਖਣਾ ਚਾਹੀਦਾ, ਤੂੰ ਉਹ ਬੋਲਦਾ ਹੈ ਜੋ ਤੈਨੂੰ ਨਹੀਂ ਬੋਲਣਾ ਚਾਹੀਦਾ, ਤੂੰ ਉਹ ਸੁਣ ਰਿਹਾ ਹੈ ਜੋ ਤੈਨੂੰ ਨਹੀਂ ਸੁਣਨਾ ਚਾਹੀਦਾ, ਤੂੰ ਉਹ ਖਾ ਰਿਹਾ ਹੈ ਜੋ ਤੈਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਤੇਰੇ ਕੋਲ ਦੀਪਕ ਹੀ ਨਹੀਂ ਹੈਗਾ, ਹਨੇਰੇ ਵਾਲਾ ਦੀਪਕ। ਕਿਉਂਕਿ ਦੀਪਕ ਉੱਥੇ ਲੈ ਕੇ ਜਾਏਗਾ, ਤੈਨੂੰ ਪ੍ਰਕਾਸ਼ ਹੋਊਗਾ, ਤੈਨੂੰ ਗਿਆਨ ਤੇ ਹੋਊਗਾ, ਜੀਵਨ 'ਚ ਕਰਨਾ ਕੀ ਹੈ। ਹੁਣ ਬਿਨਾਂ ਦੀਪਕ ਤੋਂ ਜਿੱਦਾਂ ਆਪਾਂ ਜੀਵਨ ਬਤੀਤ ਕਰ ਰਹੇ ਹਾਂ, ਗਿਆਨ ਤੇ ਗਿਆਨ ਧਿਆਨ ਤੋਂ ਬਿਨਾਂ ਪ੍ਰਗਟ ਨਹੀਂ ਹੋਣਾ। ਹਾਂਜੀ ਨਿੱਜਾ ਸਾਹਿਬ ਅਗਲੀ ਤੁਕ ਬੋਲੀਏ। ਹਾਂ, ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਆਹ ਜਿਹੜੇ ਬ੍ਰਹਮ ਗਿਆਨੀ ਹੈਗੇ ਦੇਖ ਲਓ, ਕਹਿੰਦੇ ਉਹ ਬਸਤ ਅਗੋਚਰ ਪਾ ਲਿਆ, ਦੀਵਾ ਵੜ ਗਿਆ ਅੰਦਰ ਜਿਹੜਾ ਹੈਗਾ ਗਿਆਨ ਦਾ। ਹਾਂਜੀ ਵੀਰ ਜੀ। ਆਓ, ਉਹ ਚੇਤਨਾ ਦਾ ਦੀਪਕ ਜਗ ਜਾਂਦਾ ਮੁੜ ਕੇ, ਅਗਿਆਨ ਖਤਮ ਹੋ ਜਾਂਦਾ। ਜਦੋਂ ਚਿੱਤ ਸ਼ਾਂਤ ਹੋ ਗਿਆ ਨਾ ਤੇ ਮਨ ਨੇ ਲੀਨ ਹੋ ਜਾਣਾ। ਪਰ ਮੱਖਣ ਐਵੇਂ ਨਹੀਂ ਜੋ ਮਿਲਦਾ, ਘਿਓ ਐਵੇਂ ਨਹੀਂ ਜੋ ਮਿਲਦਾ। ਦੁੱਧ ਨੂੰ ਰਿੜਕਣਾ ਪੈਂਦਾ ਹੈ, ਪਹਿਲਾਂ ਦੁੱਧ ਨੂੰ ਜਾਗ ਲਾਉਣੀ ਪੈਂਦੀ ਹੈ। ਜਾਗ ਕਿੱਥੋਂ ਮਿਲਦੀ ਹੈ? ਸੰਗਤ ਕੋਲੋਂ ਜਾ ਕੇ। ਕਿਉਂਕਿ ਜਾਗ ਬਿਨਾਂ ਦੁੱਧ ਨਹੀਂ ਜੰਮਦੇ, ਭਾਵੇਂ ਲਾਲ ਹੋਣ ਕੜ ਕੇ। ਗਿਆਨ ਕਿੱਥੋਂ ਮਿਲੂਗਾ? ਸੰਗਤ ਚੋਂ ਮਿਲੂਗਾ ਗਿਆਨ। ਸੰਗਤ ਕਰੋਗੇ ਬਾਰ-ਬਾਰ, ਫਿਰ ਥੋੜੀ ਜਾਗ ਮਿਲੂਗੀ ਤੁਹਾਨੂੰ, ਫਿਰ ਤੁਸੀਂ ਆਪਣੇ ਘਰ ਲਿਆਓਗੇ। ਤੁਹਾਡੇ ਕੋਲ ਦੁੱਧ ਹੈਗਾ, ਦੁੱਧ ਸਾਰਿਆਂ ਕੋਲ ਹੈਗਾ, ਪਰ ਕੋਈ ਜਦੋਂ ਕੋਈ ਜਾਗ ਲਾਉਣ ਨੂੰ ਤਿਆਰ ਹੋਵੇ, ਇੱਕ ਚਮਚਾ ਉਹਨੂੰ ਕੋਛਾ ਜਿਹਾ ਕਰਕੇ ਜਪਾਓ ਤੇ ਕੰਮ ਸ਼ੁਰੂ ਹੋ ਗਿਆ। ਫਿਰ ਉਹਨੂੰ ਢੱਕ ਦੇਈਦਾ ਵਾ। ਇਸੇ ਹੀ ਤਰ੍ਹਾਂ ਬੰਦਗੀ ਕਰਨੀ ਪੈਂਦੀ ਆ, ਧਿਆਨ ਸਿਮਰਨ ਕਰਨਾ ਪੈਂਦਾ ਹੈ। ਫਿਰ ਉਹ ਦਹੀਂ, ਪਹਿਲਾਂ ਦਹੀਂ ਬਣੇਗਾ, ਦਹੀਂ ਤੋਂ ਫਿਰ ਮੱਖਣ ਬਣੇਗਾ, ਫਿਰ ਮੱਖਣ ਤੋਂ ਬਾਅਦ ਫਿਰ ਦੇਸੀ ਘਿਓ ਬਣ ਜਾਏਗਾ। ਫਿਰ ਉਹ ਖਰਾਬ ਨਹੀਂ ਹੁੰਦਾ। ਦੇਸੀ ਘਿਓ ਕਿੱਥੇ ਖਰਾਬ ਹੁੰਦਾ? ਉਹ ਇਸੇ ਤਰ੍ਹਾਂ ਜਦੋਂ ਕੋਈ ਹੁਣ ਦੁੱਧ ਆ, ਦੁੱਧ ਛੇਤੀ ਖਰਾਬ ਹੋ ਜਾਂਦਾ। ਹੁਣ ਜੇ ਤੁਸੀਂ ਨਹੀਂ ਇਸਤੇਮਾਲ ਕੀਤਾ ਤਾਂ ਕੁਝ ਸਮਾਂ ਹੈਗਾ, ਪਰ ਦੇਸੀ ਘਿਓ ਦੀ ਉਹਦੀ ਮਿਆਦ ਬਹੁਤ ਜ਼ਿਆਦਾ। ਇਸੇ ਹੀ ਤਰ੍ਹਾਂ ਜਦੋਂ ਆਪਾਂ ਬੰਦਗੀ ਕਰਦੇ ਹਾਂ ਔਰ ਸਾਡਾ ਜਿਹੜਾ ਮੱਖਣ ਤੋਂ ਦੇਸੀ ਘਿਓ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਤੇ ਸਾਡੇ ਅੰਦਰ ਗਿਆਨ ਪ੍ਰਗਟ ਹੁੰਦਾ। ਗਿਆਨ ਉਹਨਾਂ ਚਿਰ ਤੱਕ ਪ੍ਰਗਟ ਨਹੀਂ ਹੋਣਾ ਜਿੰਨਾ ਚਿਰ ਤੱਕ ਚੇਤਨਾ ਸਾਡੇ ਅੰਦਰ ਪ੍ਰਕਾਸ਼ਮਾਨ ਨਹੀਂ ਹੋ ਜਾਂਦੀ। ਚੇਤਨਾ ਦਾ ਮਤਲਬ ਵਿਚਾਰ ਮੰਡਲ ਨੂੰ ਨਸ਼ਟ ਕਰ ਦੇਣਾ, ਉਹਨੂੰ ਸ਼ਾਂਤ ਕਰ ਦੇਣਾ। ਚਿੱਤ ਸ਼ਾਂਤ ਹੋ ਗਿਆ ਤੇ ਤੁਹਾਨੂੰ ਪਤਾ ਲੱਗ ਜਾਣਾ ਕੀ ਕਰਨਾ ਜਾਂ ਕੀ ਨਹੀਂ ਕਰਨਾ। ਤੁਹਾਡੇ ਫੈਸਲੇ ਬਹੁਤ ਗਹਿਰੇ ਹੋ ਜਾਣੇ ਆ। ਵੈਸੇ ਨੋਰਮਲੀ ਤੁਸੀਂ ਲੋਕਾਂ ਤੋਂ ਪੁੱਛਦੇ ਫਿਰਦੇ ਜੇ ਨਾ ਮੈਂ ਕੀ ਕਰਾਂ ਜਾਂ ਕੀ ਨਾ ਕਰਾਂ। ਜਿਵੇਂ ਜਿਵੇਂ ਤੁਹਾਡਾ ਧਿਆਨ ਇਕਾਗਰ ਹੋ ਗਿਆ, ਤੁਹਾਡੇ ਅੰਦਰ ਜਿਹੜੀ ਆਤਮਾ ਹੈ ਉਹ ਤੁਹਾਨੂੰ ਨਹੀਂ ਦੱਸ ਦੇਣਾ ਵਾ ਕਿ ਜੀਵਨ ਨੂੰ ਕਿੱਦਾਂ ਬਤੀਤ ਕਰਨਾ। ਜ਼ਿਆਦਾ ਪੁੱਛਣ ਗਿੱਛਣ ਦੀ ਲੋੜ ਨਹੀਂ। ਇਸੇ ਲਈ ਤਾਂ ਬਾਣੀ ਕਹਿੰਦੀ ਆ ਕਿ ਗਿਆਨ ਜਿਹੜਾ ਤੇਰੇ ਅੰਦਰ ਹੈ, ਉਹ ਬਾਹਰੋਂ ਨਾ ਲੱਭਣ ਚੱਲ ਜੀ। ਕਿਤਾਬਾਂ 'ਚ ਤੇ ਜਾਣਕਾਰੀਆਂ ਨੇ। ਹਾਂ, ਤੂੰ ਬਿਲਡਿੰਗ ਬਣਾਉਣੀ ਆ, ਕੋਈ ਹੌਸਪੀਟਲ ਬਣਾਉਣਾ ਹੈ, ਕੋਈ ਘਰ ਬਣਾਉਣਾ ਹੈ,
ਕੋਈ ਕਾਰ ਦਾ ਡਿਜ਼ਾਈਨ ਬਣਾਉਣਾ ਤੇ ਕਿਤਾਬਾਂ ਪੜ੍ਹ, ਪਰ ਜੀਵਨ ਨੂੰ ਕਿੱਦਾਂ ਜੀਣਾ ਹੀ ਤੇ ਇਹਦਾ ਗਿਆਨ ਤੇਰੇ ਅੰਦਰ ਆ। ਠੀਕ ਨੇ ਜੀ ਸਾਹਿਬ? ਬਿਲਕੁਲ ਠੀਕ ਹੈ। ਇਹ ਸੁਰਜੀਤ ਜੀ ਆਪਣਾ ਕੈਮਰਾ ਬੰਦ ਕਰ ਦਿਓ ਪਲੀਜ਼, ਬਾਰ-ਬਾਰ ਉਹਨੂੰ ਕੈਮਰੇ ਨੂੰ ਔਨ ਕਰ ਦਿਓ, ਬੰਦ ਕਰ ਦਿਓ। ਸੁਰਜੀਤ। ਹਾਂਜੀ ਠੀਕ ਹੈ ਜੀ। ਹਾਂਜੀ ਅਗਲੀ ਤੁਕ ਬੋਲੇ ਨਜ਼ਰ ਸਾਹਿਬ। ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ। ਕਹਿੰਦੇ ਕਬੀਰ ਜੀ ਕਹਿੰਦੇ ਆ ਹੁਣ ਮਾਲਕ ਨੇ ਮਿਹਰ ਕਰ ਦਿੱਤੀ ਆ ਅਤੇ ਮੈਂ ਜਿਹੜਾ ਹੈਗਾ ਉਹ ਜਾਣ ਲਿਆ, ਉਹ ਅੰਮ੍ਰਿਤ ਤੱਕ ਪਹੁੰਚ ਗਿਆ। ਮੇਰੇ ਅੰਦਰ ਜਿਹੜੀ ਹੈਗੀ ਆ ਮੇਰੀ ਸੁਰਤ ਜਿਹੜੀ ਹੈਗੀ ਆਤਮਾ ਦੇ ਵਿੱਚ ਲੀਨ ਹੋ ਗਈ ਆ। ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ। ਮਨ ਪਤੰਦਰ ਜਿਹੜਾ ਹੈਗਾ ਹੁਣ ਮੰਨਿਆ। ਕਹਿੰਦੇ ਜਦ ਉਹਨੇ ਦੇਖ ਲਿਆ, ਪ੍ਰੈਕਟੀਕਲ ਕਰ ਲਿਆ, ਤਾਂ ਮੇਰਾ ਮਨ ਮੰਨ ਗਿਆ। ਅਬ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਕ ਨਾ ਪਤੀਜੇ। ਹੁਣ ਕਹਿੰਦੇ ਮੈਂ ਗਿਆਨ ਦਿੰਦਾ ਆ ਅਤੇ ਲੋਕੀ ਵਿਸ਼ਵਾਸ ਹੀ ਨਹੀਂ ਕਰਦੇ ਇਸ ਦੇ ਉੱਤੇ, ਆਹ ਚੀਜ਼ ਨੂੰ ਲੈਂਦੇ ਹੀ ਨਹੀਂ ਆ। ਕਹਿੰਦੇ ਤੂੰ ਆਪਣੇ ਕੋਲ ਹੀ ਰੱਖ ਆਪਣਾ ਗਿਆਨ ਭਾਈ। ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੇ। ਕਹਿੰਦੇ ਮੈਂ ਆਪਣੀ ਡਿਊਟੀ ਨਿਭਾ ਦਿੱਤੀ ਆ, ਹੁਣ ਨਾ ਪਤੀਜਦੇ ਤੇ ਨਹੀਂ ਪਤੀਜਦੇ ਤੇ ਨਾ ਸਹੀ, ਮੈਂ ਤਾਂ ਕੁਛ ਨਹੀਂ ਕਰ ਸਕਦਾ। ਕਹਿੰਦੇ ਮੈਂ ਤਾਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ, ਇਸ ਤੋਂ ਉੱਪਰ ਮੈਂ ਕੁਛ ਨਹੀਂ ਕਰ ਸਕਦਾ। ਮੈਂ ਜਿਹੜਾ ਹੁਣ ਡੁੱਬਿਆ ਹੋਇਆ ਆ, ਖੂਹ ਦੇ ਵਿੱਚ ਹੀ ਰਹਿਣਾ ਪਸੰਦ ਕਰ ਰਿਹਾ ਆ। ਕਹਿੰਦੇ ਉਹਨੂੰ ਹੁਣ ਜਿਹੜਾ ਪੱਲਾ ਜਿਹੜਾ ਆ ਰੱਸੀ ਫੜਾ ਰਹੇ ਆ, ਜੇ ਨਹੀਂ ਆਉਣਾ ਚਾਹੁੰਦਾ ਤੇ ਉਹਦੀ ਮਰਜ਼ੀ ਹੈ ਭਾਈ। ਨਾ ਭਤੀਜੇ ਤੋਂ ਕਿਆ ਕੀਜੇ, ਫਿਰ ਮੈਂ ਕੀ ਕਰ ਸਕਦਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਅੱਗੇ ਕਹਿ ਰਹੇ ਨੇ ਜਬ ਜਾਣਿਆ ਤੋ ਮਨ ਮਾਨਿਆ। ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਹੁਣ ਦੇਖੋ ਨਾਰਮਲੀ ਤੌਰ ਤੇ ਜਦੋਂ ਆਪਾਂ ਭੋਗਾਂ ਨੂੰ ਭੋਗਦੇ ਹਾਂ ਇਹਦਾ ਮਤਲਬ ਪਤਾ ਕੀ ਹੈ? ਅਸੀਂ ਸ਼ਕਤੀਹੀਨ ਹੈ, ਸਾਡੇ 'ਚ ਸ਼ਕਤੀ ਨਹੀਂ ਹੈ, ਅਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕੇ। ਆਪ ਸਮਝੇ? ਬਰਤਨ ਚੋਂ ਚੀਜ਼ ਰੁੜ ਗਈ ਕਿਉਂਕਿ ਬਰਤਨ 'ਚ ਕਪੈਸਿਟੀ ਨਹੀਂ ਹੈਗੀ ਰੋਕਣ ਦੀ। ਉਹ ਜਰਾ ਕਿੱਥੋਂ ਸਾਂਭੂਗਾ? ਉਹ 'ਚ ਕਪੈਸਿਟੀ ਨਹੀਂ, ਉਹ 'ਚ ਤੇੜਾ ਹੀ ਆ। ਇਸੇ ਤਰ੍ਹਾਂ ਆਪਾਂ ਜਿਹੜੇ ਭੋਗ ਰਹੇ ਹਾਂ, ਵੈਸੇ ਭੋਗਾਂ 'ਚ ਵਿੱਚ ਸੁੱਖ ਨਹੀਂ ਹੈਗਾ। ਉਹ ਆਪ ਜੀ ਨੂੰ ਪਹਿਲਾਂ ਵੀ ਪਤਾ ਕਿ ਜਿੱਦਾਂ ਕੁੱਤਾ ਹੱਡੀ ਖਾਂਦਾ ਹੈ, ਲਹੂ ਉਹਦਾ ਹੀ ਮੂੰਹ 'ਚੋਂ ਨਿਕਲਦਾ ਹੈ। ਅਸਲ 'ਚ ਜਿਹੜੇ ਆਪਾਂ ਭੋਗਦੇ ਹਾਂ ਉਹਦਾ ਕਾਫੀ ਵੱਡਾ ਮਗਰ ਖਾਤਾ ਵਾ, ਉਹਦੇ ਬੀਜ ਹੈਗੇ, ਉਹਨੇ ਪ੍ਰਗਟ ਹੋਣੇ ਆ। ਇਹ ਹੈ ਕਿ ਹੁਣ ਬੜੀ ਅੰਗੂਰੀ ਘਾਹ ਵਾ, ਬੜਾ ਸੋਹਣਾ ਲੱਗ ਰਿਹਾ ਕਿਉਂਕਿ ਮਾਇਆ ਨੇ ਉੱਤੇ ਕੋਟਿੰਗ ਕੀਤੀ ਹੈ। ਆਪ ਦੇਖੋ ਨਾ, ਜਦੋਂ ਆਪਾਂ ਇਹਨੂੰ ਇੰਦਰਜਾਲ ਕਹਿੰਦੇ ਆ, ਇੰਦਰੀਆਂ 'ਚ ਜਦੋਂ ਜੀਵ ਨੂੰ ਫਸਾਇਆ ਜਾਂਦਾ ਹੈ, ਪ੍ਰਕਿਰਤੀ ਏਦਾਂ ਹੀ ਤੇ ਜੀਵ ਨੂੰ ਬੰਨ ਕੇ ਰੱਖ ਬੈਠੀ ਹੈ ਕਿ ਉਹਨੇ ਆਪਣੇ ਇੰਦਰਜਾਲ ਵਿਛਾਇਆ ਔਰ ਉਹਨੂੰ ਵੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ। ਹੁਣ ਜੇਕਰ ਸਾਡੇ ਅੰਦਰ ਸ਼ਕਤੀ ਆ, ਆਪ ਅਗਰ ਧਿਆਨ ਸਿਮਰਨ ਕਰਦੇ ਜੋ, ਕੋਈ ਵੀ ਭੋਗ ਤੁਹਾਨੂੰ ਖਿੱਚ ਨਹੀਂ ਸਕਦਾ ਕਿਉਂਕਿ ਤੁਹਾਡੇ ਅੰਦਰ ਆਪਣੀ ਬੜੀ ਸ਼ਕਤੀ ਹੈ, ਆਤਮ ਤੱਤ ਪ੍ਰਗਟ ਹੋ ਚੁੱਕਿਆ। ਜੇਕਰ ਤੁਸੀਂ ਭੋਗਾਂ ਦੇ ਵਿੱਚ ਬੇਵੱਸੀ ਮਹਿਸੂਸ ਕਰਦੇ ਜੋ, ਐਸੀਆਂ ਵੈਸੀਆਂ ਚੀਜ਼ਾਂ ਕਰਦੇ ਜੋ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ, ਇਹਦਾ ਮਤਲਬ ਹੈ ਕਿ ਤੁਹਾਡੇ 'ਚ ਸ਼ਕਤੀ ਨਹੀਂ ਹੈਗੀ, ਕਾਫੀ ਕਮਜ਼ੋਰ ਜੋ। ਕਮਜ਼ੋਰ ਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਤੁਹਾਡੀ ਕਪੈਸਿਟੀ ਹੈ, ਜਿਮ ਜੁਮ ਜਾਂਦੇ ਜੋ, ਤੁਸੀਂ 100 ਕਿਲੋ ਵਜਨ ਚੁੱਕ ਲੈਂਦੇ ਜੋ। ਜੇ ਤੁਹਾਡੇ ਕੋਲ 5-7 ਕਿਲੋ ਨਹੀਂ ਚੁੱਕਿਆ ਜਾਂਦਾ ਤੇ ਚੰਗੀ ਚੀਜ਼ ਥੋੜੀ, ਕਮਜ਼ੋਰੀ ਹੈ। ਸਹੀ ਨਜ਼ਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਜਿਵੇਂ ਜਿਵੇਂ ਤੁਹਾਡੇ 'ਚ ਆਤਮ ਤੱਤ ਦੀ ਜਿਹੜੀ ਮਜ਼ਬੂਤੀ ਵੱਧਦੀ ਜਾਵੇਗੀ, ਫਿਰ ਓਨਾ ਹੀ ਤੁਸੀਂ ਕਮਲ ਦੇ ਫੁੱਲ ਉੱਪਰ ਆਉਂਦੇ ਜਾਓਗੇ। ਨਾਭ ਕਮਲ ਦਾ ਮਤਲਬ ਇਹੋ ਹੀ ਹੈ ਕਿ ਜਿਹੜਾ ਨਾਭ ਕਮਲ ਆ ਫਿਲਹਾਲ ਤੇ ਬਿਲਕੁਲ ਇੰਦਰੀਆਂ ਦੇ ਵਿੱਚ ਬੈਠਾ, ਉਹ ਨੱਪਿਆ ਪਿਆ ਵਿਚਾਰਾ। ਜਿਵੇਂ ਜਿਵੇਂ ਤੁਸੀਂ ਬੰਦਗੀ ਕੀਤੀ, ਇਹ ਕਮਲ ਇਹ ਜਿਹੜਾ ਭੋਗਾਂ ਤੋਂ ਉੱਪਰ ਉੱਠੂਗਾ। ਤੇ ਜਿਵੇਂ ਤੁਹਾਡੇ ਚੱਕਰ ਹੈਗੇ ਨਾ ਸਾਰੇ, ਅਸਲ 'ਚ ਆਪਾਂ ਕੋਈ ਵੀ ਭੋਗ ਭੋਗਦੇ ਹਾਂ ਤੇ ਉਹ ਇੰਦਰੀਆਂ ਦੇ ਰਾਹੀਂ ਤੇ ਭੋਗਦੇ ਆ ਨਾ। ਤੇ ਉੱਤੇ ਜਿਹੜਾ ਸਹਾਸਰਾ ਚੱਕਰ ਹੈ, ਜਿਹਨੂੰ ਆਪਾਂ ਉੱਪਰਲਾ ਕਹਿ ਦਿੰਦੇ ਹਾਂ, ਸਭ ਤੋਂ ਉੱਪਰਲਾ ਕਰਾਊਨ ਚੱਕਰ ਕਹਿੰਦੇ ਆ, ਜਦੋਂ ਚੇਤਨਾ ਉੱਥੇ ਚੱਲ ਜਾਂਦੀ ਆ, ਇਹਦਾ ਮਤਲਬ ਕਿ ਥੱਲੋਂ ਮੁਕਤ ਹੋਈ ਹੈ ਤੇ ਤਾਂ ਹੀ ਉੱਪਰ ਗਈ ਆ। ਜੇ ਥੜੀ ਟੂਟੀ ਬੰਦ ਕਰਤੀ ਤੁਸੀਂ ਪਹਿਲੀ ਮੰਜ਼ਿਲ ਦੀ, ਤੇ ਪਾਣੀ ਫੇਰ ਹੀ ਦੂਜੀ ਮੰਜ਼ਿਲ ਤੇ ਗਿਆ। ਬਿਲਕੁਲ। ਦੂਜੀ ਦਾ ਬੰਦ ਕੀਤਾ ਤੇ ਤੀਜੀ ਤੇ ਚਲ ਗਿਆ, ਤੀਜੀ ਦਾ ਬੰਦ ਕੀਤਾ ਚੌਥੀ ਤੇ ਚਲ ਗਿਆ। ਹੁਣ ਜੇ ਆਪਾਂ ਸਾਰੀਆਂ ਟੂਟੀਆਂ ਖੋਲੀਆਂ ਹੋਣ ਤੇ ਟੈਂਕੀ 'ਚ ਪਾਣੀ ਕਿੱਥੋਂ ਜਾਣਾ? ਉਹ ਹਿਸਾਬ ਸਾਡੀ ਜਿਹੜਾ ਉੱਪਰ ਪੁਰਸ਼ ਹੈ ਤੇ ਥੱਲੇ ਪ੍ਰਕਿਰਤੀ ਹੈ। ਦੇਖੋ ਇਹ ਦੋਨੇ ਹੀ ਤੇ ਆਪੋਜਿਟ ਨੇ। ਇਸੇ ਲਈ ਬਾਣੀ ਕਿਹਾ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਬ੍ਰਹਿਮੰਡ ਦੇ ਅੰਦਰ ਜੋ ਕੁਝ ਵੀ ਹੈਗਾ ਸਾਰਾ ਪਿੰਡ ਵਿੱਚ ਉਹੀ ਆ। ਜਿਹੜੇ ਫਾਰਮੂਲੇ ਨਾਲ ਬੂਦ ਬਣੀ ਆ, ਉਸੇ ਫਾਰਮੂਲੇ ਨਾਲ ਸਾਗਰ ਬਣਿਆ।
ਸਾਗਰ ਦਾ ਪਾਣੀ ਤੁਸੀਂ ਕਿੱਥੋਂ ਮਰਜ਼ੀ ਕੱਢ ਕੇ ਲੈ, ਉਹੀ ਫਾਰਮੂਲਾ ਹੈ। ਇਸੇ ਲਈ ਬਾਣੀ ਚ ਕਿਹਾ ਕਿ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਵੀ ਰਹਿ ਜਾਓ ਤਮੋ ਸਤੋ, ਇਹ ਤਿੰਨੇ ਗੁਣਾਂ ਤੋਂ ਬਣਿਆ। ਤੇ ਇਸ ਕਰਕੇ ਇਹਦਾ ਅੰਦਰ ਹੀ ਦੇਖੋ, ਉੱਪਰ ਪੁਰਸ਼ ਆ, ਪੁਰਸ਼ ਆਪਣੇ ਵੱਲ ਖਿੱਚਦਾ ਵਾ ਸੁਰਤੀ ਨੂੰ, ਤੇ ਪ੍ਰਕਿਰਤੀ ਥੱਲੇ ਖਿੱਚਦੀ ਹੈ, ਕਿਉਂਕਿ ਇਹ ਨੈਗੇਟਿਵ ਤੇ ਪੋਜ਼ਿਟਿਵ ਦੋਨਾਂ ਦਾ ਹੀ ਮਤਲਬ ਮਿਲਣ ਹੈ। ਇੱਕ ਇਸਤਰੀ ਆ, ਇੱਕ ਪੁਰਸ਼ ਆ। ਪ੍ਰਕਿਰਤੀ ਜਿਹੜੀ ਹੈ ਇਸਤਰੀ ਤੱਤ ਚ ਆਉਂਦੀ ਆ, ਤੇ ਪੁਰਸ਼ ਤੇ ਪੁਰਸ਼ ਹੀ ਆ। ਮੇਲ ਫੀਮੇਲ ਜਿਹੜੀਆਂ ਦੋਨੋਂ એનર્ਜੀਆਂ ਨੇ, ਇਹਦੇ ਕਰਕੇ ਪ੍ਰਕਿਰਤੀ ਚੱਲਦੀ ਹੈ। ਹੁਣ ਉਹ ਕਹਿੰਦੇ ਨੇ ਕਿ ਜੇਕਰ ਤੂੰ ਭੋਗਾਂ ਨੂੰ ਭੋਗ ਰਿਹਾ, ਇਹਦਾ ਮਤਲਬ ਤੂੰ ਸ਼ਕਤੀਸ਼ਾਲੀ ਨਹੀਂ ਆ, ਤੂੰ ਹਜੇ ਕਮਜ਼ੋਰ ਹੈ, ਉਹਨਾਂ ਪਾਵਰਫੁਲ ਨਹੀਂ ਆ। ਕਿਨਾਰੇ ਕਮਜ਼ੋਰ ਨੇ, ਥੋੜਾ ਜਿਹਾ ਪਾਣੀ ਆਇਆ ਤੇ ਨਾਲ ਹੀ ਖਾਲ ਦਾ ਕਿਨਾਰਾ ਟੁੱਟ ਗਿਆ ਤੇ ਪਾਣੀ ਇੱਧਰ ਉੱਧਰ ਵਹਿ ਜਾ ਰਿਹਾ। ਜਦੋਂ ਕਿਨਾਰੇ ਮਜ਼ਬੂਤ ਹੋਣ ਤੇ ਫੇਰ ਤੇ ਪਾਣੀ ਕਿੱਥੋਂ ਰੁੜ ਜਾਊਗਾ? ਸਹੀ ਹੈ ਨੇਜਰ ਸਾਹਿਬ? ਬਿਲਕੁਲ ਬਿਲਕੁਲ। ਵੱਟਾਂ ਕਮਜ਼ੋਰ ਨੇ, ਭੋਗ ਨੂੰ ਭੋਗ ਲੈਣਾ ਮਤਲਬ ਹਜੇ ਵੱਟਾਂ ਕਮਜ਼ੋਰ ਹੈ। ਹਾਂਜੀ ਅੱਗੇ ਚੱਲੀਏ ਨੇਜਰ ਸਾਹਿਬ। ਹਾਂ ਤੇ ਅੱਜ ਨਹੀਂ, ਇੱਕ ਸੈਕਿੰਡ, ਅਗਲੀ ਤੁਕ ਬੋਲ ਦਿਓ। ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੇ ਤੋਂ ਕਿਆ ਕੀਜੈ। ਕਹਿੰਦੇ ਦੱਸਣ ਦੇ ਨਾਲ ਹੁਣ ਲੋਕੀ ਗਿਆਨ ਲੈਂਦੇ ਨਹੀਂ ਆ, ਪ੍ਰੈਕਟੀਕਲ ਕਰਦੇ ਨਹੀਂ ਆ, ਵਿਸ਼ਵਾਸ ਹੀ ਨਹੀਂ ਹੁੰਦਾ ਲੋਕਾਂ ਦਾ। ਭਤੀਜੇ ਮਤਲਬ ਵਿਸ਼ਵਾਸ ਹੀ ਨਹੀਂ ਹੁੰਦਾ ਇਸ ਗੱਲ ਤੇ ਕਿ ਘਰ ਦੇ ਵਿੱਚ ਪਰਮਾਤਮਾ ਪ੍ਰਗਟ ਹੋਣਾ ਹੈ, ਘਰ ਦੇ ਵਿੱਚ ਅੰਮ੍ਰਿਤ ਪਿਆ ਹੋਇਆ, ਮੈਨੂੰ ਗੁਣ ਪ੍ਰਗਟ ਕਰਨੇ ਪੈਣੇ ਆ, ਅਵਗੁਣ ਜਿਹੜੇ ਆਟੋਮੈਟਿਕਲੀ ਚਲੇ ਜਾਣਗੇ। ਕਹਿੰਦੇ ਵਿਸ਼ਵਾਸ ਹੀ ਨਹੀਂ ਹੁੰਦਾ ਲੋਕਾਂ ਨੂੰ ਇਸ ਗੱਲ ਤੇ। ਕਹਿੰਦੇ ਨਹੀਂ ਹੁੰਦਾ ਤੇ ਨਾ ਸਹੀ ਭਾਈ, ਮੈਂ ਤਾਂ ਜਿਹੜਾ ਹੈਗਾ ਆਪਣੇ ਵੱਲੋਂ, ਮੈਂ ਤਾਂ ਜਿਹੜਾ ਹੈਗਾ ਗਿਆਨ ਦੇਣ ਦੀ ਕੋਈ ਕਹਿੰਦੇ ਕਮੀ ਨਹੀਂ ਛੱਡੀ ਮੇਰੇ ਵੱਲੋਂ। ਹਾਂਜੀ ਵੀਰ ਜੀ। ਹਾਂ, ਮੈਂ ਕਹਿੰਦੇ ਮੈਸੇਜ ਕਨਵੇ ਕਰਤਾ। ਬਸ ਹੁਣ ਦੇਖੋ ਗੁਰਦੁਆਰੇ ਚ ਜਾ ਕੇ ਕਿੱਦਾਂ ਨੱਕ ਰਗੜਦੇ ਨੇ ਲੋਕ। ਉਹ ਅਸਲ ਚ ਬਾਣੀ ਕੀ ਕਹਿੰਦੀ ਉਹਨੂੰ ਸੁਣਨਾ ਚਾਹੁੰਦੇ ਆ ਨਾ, ਕੋਈ ਵਿਰਲਾ। ਬਾਣੀ ਐਵੇਂ ਥੋੜੀ ਕਹਿ ਗਈ ਆ ਕੋਟਨ ਮੇ ਏਕ। ਇਹ ਸਭ ਜੋ ਦਿਖਾਈ ਦੇ ਰਹੇ ਨੇ, ਇਹ ਸਭ ਮੰਗਾਂ, ਕਿਸੇ ਨੂੰ ਕੁਛ ਚਾਹੀਦਾ, ਕਿਸੇ ਨੂੰ ਕੁਛ ਚਾਹੀਦਾ, ਕਿਸੇ ਨੂੰ ਕੁਛ ਚਾਹੀਦਾ। ਦੁਨੀਆ ਭਰ ਦੀਆਂ ਲਿਸਟਾਂ ਚੁੱਕੀ ਫਿਰਦੇ ਆ। 20 ਰੁਪਏ ਦਾ ਪ੍ਰਸ਼ਾਦ ਚੜਾਇਆ, ਨਾਲ ਹੀ ਪਰਮਾਤਮਾ ਦੇ ਕੋਲੋਂ 3-4 ਕਰੋੜ ਰੁਪਏ ਦੀ ਚੀਜ਼ ਮੰਗ ਲੈਂਦੇ। ਪਰਮਾਤਮਾ ਕਹਿੰਦਾ ਹੈ ਕਿ ਤੂੰ ਕੰਮ ਕਰ ਲੈ ਤੇ ਚੀਜ਼ ਪ੍ਰਾਪਤ ਕਰ ਲੈ, ਤੂੰ ਐਕਸਰਸਾਈਜ਼ ਕਰ ਤੇ ਤੇਰਾ ਸਰੀਰ ਸਹੀ ਆ, ਤੂੰ ਐਕਸਰਸਾਈਜ਼ ਕਰਨੀ ਬੰਦ ਕਰ ਦੇ, ਤੇਰੇ ਸਰੀਰ 'ਚ ਨੁਕਸ ਪੈ ਜਾਣਗੇ। ਪ੍ਰਕਿਰਤੀ ਤੇ ਉਹ ਕਹਿੰਦੀ ਆ ਤੈਨੂੰ ਨੀਂਦ ਨਹੀਂ ਆਉਂਦੀ, ਐਕਸਰਸਾਈਜ਼ ਕਰ, ਮਿਹਨਤ ਕਰ, ਤੈਨੂੰ ਵਧੀਆ ਨੀਂਦ ਆਊਗੀ। ਹੁਣ ਤੂੰ ਕੰਮ ਕੋਈ ਨਹੀਂ ਕਰਦਾ, ਵਿਹਲਾ ਬੈਠਾ ਸਾਰਾ ਦਿਨ ਰੋਟੀਆਂ ਖਾਈ ਜਾਂਦਾ ਤੇ ਰਾਤ ਨੂੰ ਨੀਂਦ ਕਿੱਥੋਂ ਆਊਗੀ? ਕਿਉਂਕਿ ਤੇਰਾ ਸਰੀਰ ਥੱਕਿਆ ਹੀ ਨਹੀਂ, ਤੇਰੀ ਮਸ਼ੀਨ ਜਿਹੜੀ ਖਰਾਬ ਕਰ ਲਈ ਆ ਤੂੰ। ਸੋ ਇਸੇ ਕਰਕੇ ਬਾਣੀ 'ਚ ਕਹਿ ਰਹੇ ਨੇ ਕਿ ਮੈਂ ਜੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਲੋਕਾਂ ਨੂੰ, ਕੁਛ ਹੁੰਦਾ ਹੀ ਨਹੀਂ। ਕਿਉਂਕਿ ਨਹੀਂ ਸੁਣਦਾ, ਕਿਉਂਕਿ ਸੁਣਨ ਨੂੰ ਤੇ ਤਾਂ ਚੰਗਾ ਲੱਗੇ ਨਾ, ਕਿਉਂਕਿ ਉਹ ਮਨ ਤੇ ਰੌਲਾ ਪਾਉਂਦਾ। ਮਨ ਕਹਿੰਦਾ ਕਿ ਜਿਹੜੇ ਭੋਗ ਮੈਂ ਭੋਗਣੇ ਆਵਾਂ, ਇਹ ਕਹਿੰਦੇ ਭੋਗੋ ਨਾ। ਪ੍ਰੋਬਲਮ ਤੇ ਹੈ ਨਾ, ਤਾਈਓ ਤੇ ਲੋਕੀ ਜਾਂਦੇ ਨਹੀਂ ਆ। ਤਾਈਓ ਬਾਣੀ ਤੇ ਕਹਿੰਦੇ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ। ਸਾਰਾ ਜੱਗ ਕਰਦਾ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਉਚਾਰਨ ਕਰਨ ਦੀ ਕਿਉਂ ਲੋੜ ਪਈ? ਕਿਉਂਕਿ ਜਿਹੜੇ ਤਰੀਕੇ ਨਾਲ ਤੁਸੀਂ ਰਾਮ ਰਾਮ ਕਰਦੇ ਫਿਰਦੇ ਜੋ, ਇਹ ਬਸ ਤੁਸੀਂ ਜਿੱਦਾਂ ਮਤਲਬ ਨੂੰ ਇੱਕ ਸਵਾਦ ਹੁੰਦਾ ਨਾ ਕਿ ਮੈਂ ਥੋੜਾ ਜਿਹਾ ਗੁਰਦੁਆਰੇ ਮੱਥਾ ਟੇਕ ਆਇਆ, ਮੈਂ ਪਾਠ ਪੜ੍ਹ ਲਿਆ, ਕਿ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਕਿ ਮੈਂ ਧਾਰਮਿਕ ਆ। ਹੋਰ ਕੁਛ ਨਹੀਂ ਆ, ਉਹ ਇੱਕ ਫੀਲਿੰਗ ਆ। ਕਬੀਰ ਜੀ ਕਹਿੰਦੇ ਆ ਕਿ ਤੂੰ ਫੀਲਿੰਗ ਲਈ ਜਾਂਦਾ ਹੈ, ਪਰ ਆਊਟਪੁੱਟ ਨਿਕਲੀ। ਜੇ ਹੁਣ ਕਣਕ ਬੀਜੀ ਆ, ਝਾੜ ਨਿਕਲਿਆ ਉਹਦਾ ਕੁਛ ਕਿ 3 ਬੋਰੀਆਂ ਬੀਜੀਆਂ ਤੇ 3 ਹੀ ਚੁੱਕ ਕੇ ਲੈ ਆਇਆ ਘਰੇ, ਤੇ ਜਿਹੜੀ ਮਿਹਨਤ ਤੇਰੀ ਕਿੱਧਰ ਗਈ? ਉੱਥੇ ਤੁਰਿਆ ਫਿਰਦਾ, ਪਾਣੀ ਲਾਉਣਾ, ਹਾਂ ਖਾਦਾ ਖੁੱਦਾ। ਤੂੰ ਕਮ ਸੇ ਕਮ ਇਹ ਤੇ ਵੇਖ ਕਿ ਤੇਰੀ ਇਨਵੈਸਟਮੈਂਟ ਕਿੰਨੀ ਆ ਤੇ ਕਮਾਈ ਕਿੰਨੀ ਹੋ ਰਹੀ ਹੈ। ਤੂੰ ਆਊਟਪੁੱਟ ਤੇ ਵਹਿੰਦਾ ਨਹੀਂ ਪਿਆ। ਹਾਂਜੀ ਨਜਰ ਸਰ, ਬਹੁਤ ਵਧੀਆ ਜੀ। ਅੱਗੇ ਹੁਣ ਜਿਹੜਾ ਇਹੀ ਚੀਜ਼ ਅੱਗੇ ਕਹਿ ਰਿਹਾ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਕਹਿੰਦੇ ਹਿਰਦੇ 'ਚ ਤੇਰਾ ਕਪਟ ਹੈ, ਛਲ ਕਪਟ ਹੈ, ਹਿਰਦੇ 'ਚ ਮਾਇਆ ਹੈਗੀ ਆ। ਹਿਰਦੇ ਦੇ ਵਿੱਚ ਜਿਹੜੇ ਆ ਰਸ ਕਸ ਆ, ਸਵਾਦ ਆ, ਇੰਦਰੀਆਂ ਦੇ ਭੋਗ ਵਿਲਾਸ ਆ, ਤੇ ਮੂੰਹ ਦੇ ਨਾਲ ਤੂੰ ਗਿਆਨ ਘੋਟੀ ਜਾ ਰਿਹਾ ਆ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਕਹਿੰਦੇ ਤੂੰ ਕੀ ਕਰੀ ਜਾ ਰਿਹਾ ਝੂਠਿਆ? ਤੂੰ ਤਾਂ ਡੁਐਲਿਟੀ ਦੇ ਵਿੱਚ ਹੈਗਾ ਆ। ਤੇਰੇ ਅੰਦਰ ਤੇਰੀ ਇੱਛਾ ਹੋਰ ਕੋਈ ਹੈਗੀ, ਤੇਰੀ ਭਗਤੀ ਵਾਲੀ ਤਾਂ ਇੱਛਾ ਹੀ ਨਹੀਂ ਹੈਗੀ। ਤੂੰ ਤਾਂ ਪਾਣੀ ਨੂੰ ਰਿੜਕ ਰਿਹਾ ਆ। ਕਾਇਆ ਮਾਂਜਸ ਕਵਨ ਗੁਨਾਹ, ਜੋ ਘਟ ਭੀਤਰ ਹੈ ਮਲ ਨਾ ਰਹਾਓ। ਕਹਿੰਦੇ ਭਾਈ ਹੋਰ ਕੰਮ ਕਰਦਾ ਤੂੰ, ਸਰੀਰ ਨੂੰ ਬੜਾ ਜਿਹੜਾ ਮਾਂਜਦਾ ਹੈ, ਬੜੇ ਜਿਹੜੇ ਹੈਗੇ ਕੱਪੜੇ ਜਿਹੜੇ ਹੈਗੇ ਵਧੀਆ ਪਾ ਲੈਣਾ ਹੈ, ਗਿਆਨੀਆਂ ਵਾਲੇ ਤੇ ਕੱਪੜੇ ਪਾ ਲੈਣਾ ਹੈ ਬਾਹਰ, ਸਾਧੂਆਂ ਵਾਲੇ, ਗੁਰਮੁਖਾਂ ਵਾਲੇ।
ਕਾਇਆ ਮਾਂਜਸ ਕੌਣ ਗੁਣਾ, ਕਹਿੰਦੇ ਇਹਨੂੰ ਕਾਇਆ ਨੂੰ ਮਾਂਜਣ ਦੇ ਨਾਲ ਕੀ ਹੋ ਜਾਣਾ ਭਾਈ, ਕਿਹੜਾ ਗੁਣ ਹੈ ਇਹਨੂੰ ਮਾਂਜਣ ਦੇ ਨਾਲ? ਇਹ ਤਾਂ ਜਿਹੜਾ ਹੈਗਾ ਬਸ ਆਪਣਾ ਸਰੀਰ ਨੂੰ ਜਿਹੜਾ ਹੈਗਾ ਸਾਫ਼ ਰੱਖਣ ਵਾਸਤੇ, ਬਾਹਰ ਜਿਹੜੀ ਹੈਗੀ ਧੂੜ ਮਿੱਟੀ ਜਿਹੜੀ ਆ ਉਹ ਜਿਹੜੀ ਹੈ ਬੈਕਟੀਰੀਆ ਵਗੈਰਾ ਜੋ ਹੈਗੇ ਉਹਦੇ ਵਾਸਤੇ ਜਿਹੜਾ ਹੈਗਾ। ਇਹ ਤਾਂ ਸਿਰਫ ਸਵਸਥ ਰਹਿਣ ਵਾਸਤੇ, ਠੀਕ ਆ, ਸਰੀਰ ਦੇ ਸਵਸਥ ਵਾਸਤੇ ਠੀਕ ਆ। ਤੇ ਸਪਿਰਚੁਅਲੀ ਜਿਹੜਾ ਇਹਦਾ ਕੀ ਗੁਣ ਆ ਭਾਈ? ਕਾਇਆ ਮਾਂਜਸ ਕੌਣ ਗੁਣਾ, ਵੀ ਤੇਰੇ ਅੰਦਰ ਦੀ ਮੈਲ ਲਾ ਦਿੰਦੀ ਹੈ ਇਸ ਤਰ੍ਹਾਂ ਨਹਾਉਣ ਦੇ ਨਾਲ ਜਾਂ ਤੀਰਥਾਂ ਤੇ ਜਾਣ ਦੇ ਨਾਲ। ਜੋ ਘਟ ਭੀਤਰ ਹੈ ਮਲ ਨਾ, ਤੇਰੇ ਅੰਦਰ ਤਾਂ ਮਲਿਨਤਾ ਹੈ, ਤੇਰਾ ਮਨ ਤਾਂ ਪਤਾ ਹੀ ਨਹੀਂ ਲੱਗਦਾ, ਦਿਸਦਾ ਵੀ ਨਹੀਂ ਹੈ, ਉਹ ਕਾਲਾ ਪਤੰਦਰ, ਉਹ ਤਾਂ ਐਸਾ ਕਾਲਾ ਹੋਇਆ ਪਿਆ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜੀ ਸਾਹਿਬ, ਪਹਿਲੀ ਤੋਂ ਬੋਲ ਦਿਓ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਹੁਣ ਕਹਿੰਦੇ ਆ ਕਿ ਹਿਰਦੇ ਦੇ ਵਿੱਚ ਕਪਟ ਆ। ਹਾਂ, ਕਰ ਲਓ ਗੱਲ। ਇਹ ਕਹਿੰਦੇ ਤੁਹਾਡਾ ਗਿਆਨ ਵੀ ਕਿਸੇ ਕੰਮ ਦਾ ਨਹੀਂ, ਕਿਉਂਕਿ ਜੇ ਤੇਰਾ ਗਿਆਨ ਆ, ਤੈਨੂੰ ਗਿਆਨ ਕਹਿੰਦੇ ਮੈਨੂੰ ਗਿਆਨ ਹੋ ਗਿਆ, ਤੇ ਤੇਰੀ ਕਪਟ ਕਿਉਂ ਨਹੀਂ ਖਤਮ ਹੋਈ? ਤੇਰੀ ਬੇਈਮਾਨੀਆਂ, ਤੇਰੀਆਂ ਬਦਮਾਸ਼ੀਆਂ, ਤੇਰੀਆਂ ਮਾੜੀਆਂ ਨੀਤਾਂ ਕਿਉਂ ਨਹੀਂ ਤੇਰੇ ਤੋਂ ਦੂਰ ਹੋਈਆਂ? ਇਹ ਕਣਕ ਦੀ ਗੱਲ ਕਰਦੇ ਆ, ਤੂੰ ਬੀਜੀ ਆ ਤੇ ਫਿਰ ਕਣਕ ਉੱਗੀ ਕਿਉਂ ਨਹੀਂ? ਉੱਗਣ ਤੇ ਤੋਂ ਦੂਰ ਕਿਉਂ ਨਹੀਂ ਹੋਏ? ਘਾਹ ਫੂਸ ਹੀ ਉੱਗ ਗਿਆ, ਬਾਕੀ ਬਸ ਉਹੀ ਉੱਗ ਗਿਆ ਜਿਹੜਾ ਹੈਗਾ। ਬਾਕੀ ਜਿਹੜੀ ਹੈਗੀ ਉਹ ਕਿਹੜੀ ਬੂਟੀ ਹੁੰਦੀ ਹੈ ਇੱਕ ਜਿਹੜੀ ਹੈਗੀ, ਕਹਿੰਦੇ ਆ ਗਾਜਰ ਬੂਟੀ, ਫਲਾਨਾ ਟਿਮਕਾ, ਉਹੀ ਉੱਗ ਰਹੀ ਹੈ। ਆਹ ਗਾਜਰ ਬੂਟੀ ਨੂੰ ਸਾਰੇ ਪੰਜਾਬ ਨੂੰ ਉਹਨੇ ਘੇਰਿਆ। ਉਹ ਕਹਿੰਦੇ ਆ ਕਿ ਪੜ੍ਹੇ ਲਿਖੇ ਕਿਆ ਹੋਏ? ਉਹ ਕਹਿੰਦੇ ਤੂੰ ਪੜ੍ਹਿਆ ਲਿਖਿਆ ਹੈ, ਬੜਾ ਤੂੰ ਆਪਣੇ ਆਪ ਨੂੰ ਚਾਤਰ ਸਮਝੀ ਜਾਣਦੇ ਆ, ਬੜਾ ਆਪਣੇ ਆਪ ਨੂੰ ਧਾਰਮਿਕ ਸਮਝਦਾ ਹੈ ਕਿ ਮੈਂ ਜੀ ਇੰਨੀਆਂ ਬਾਣੀਆਂ ਦਾ ਪਾਠ ਕਰਦਾ ਜੀ। ਦੂਜਾ ਉੱਠਿਆ ਮੈਨੂੰ ਕਹਿੰਦਾ ਜੀ ਮੈਂ 15 ਸਾਲ ਤੋਂ ਲਗਾਤਾਰ ਗੁਰਦੁਆਰੇ ਜਾਂਦਾ ਜੀ, ਨਿਤਨੇਮ ਨਹੀਂ ਛੱਡੀਦਾ, ਕੁਛ ਵੀ ਹੋ ਜੇ, ਮੀਂਹ ਪਵੇ ਹਨੇਰੀ ਆਵੇ। ਉਹ ਕਹਿੰਦੇ ਆ ਕਿ ਤੇਰੇ ਹਿਰਦੇ ਚ ਕਪਟ ਗਈ ਆ। ਤੂੰ, ਮੈਨੂੰ ਨਹੀਂ ਪਤਾ ਤੂੰ ਕੀ ਬੀਜਿਆ, ਮੈਨੂੰ ਰਿਜ਼ਲਟ ਦੇ, ਆ ਗਈ ਆ। ਤੂੰ ਜਿਹੜਾ ਮੁੱਖ ਤੋਂ ਗਿਆਨੀ ਬਣਿਆ ਫਿਰਦਾ ਹੈ, ਬੰਗਲਾ ਭਗਤ ਬਣ ਗਿਆ, ਆਪਣੇ ਆਪ ਨੂੰ ਮੇਕਅਪ ਕਰਕੇ ਬੜਾ ਸੰਤ ਕਹਾਉਂਦੇ ਆ, ਫੀਲਿੰਗ ਤੇ ਪੂਰੀ ਲੈਂਦੇ ਆ, ਲੋਕੀ ਤੇਰੇ ਗੋਡਿਆਂ ਨੂੰ ਹੱਥ ਲਾਈ ਜਾਂਦੇ ਆ, ਪਰ ਤੇਰੇ ਹਿਰਦੇ ਚੋਂ ਕਪਟ ਗਈ ਕਿ ਨਹੀਂ ਗਈ ਇਹ ਤੂੰ ਸਾਨੂੰ ਨਹੀਂ ਦੱਸਣਾ। ਤੂੰ ਆਪਣੇ ਆਪ ਨੂੰ ਪੁੱਛ, ਕਮ ਸੇ ਕਮ ਤੈਨੂੰ ਪਤਾ ਤੇ ਲੱਗੇ ਕਿ ਤੇਰਾ ਜੀਵਨ ਤੇ ਨਿਕਲਦਾ ਪਿਆ। ਉਹ ਕਹਿੰਦੇ ਦੇ ਹਰਕਾ ਤੂੰ ਨਾਮ ਨਹੀਂ ਜਪਦਾ ਗਵਾਰਾ, ਤੂੰ ਗਵਾ ਰਿਹਾ, ਤੂੰ ਲੋਕਾਂ ਨੂੰ ਥੋੜੀ ਧੋਖਾ ਦੇਂਦੇ ਆ, ਬੇਵਕੂਫਾ, ਤੂੰ ਆਪਣੇ ਆਪ ਨੂੰ ਧੋਖਾ ਦੇਂਦੇ ਆ। ਬਿਲਕੁਲ। ਇੱਕ ਤੇ ਨਿੱਜਰ ਸਾਹਿਬ ਹੁੰਦਾ ਨਾ ਕਿ ਮੈਨੂੰ ਕੋਈ ਚੀਟਿੰਗ ਕਰ ਗਿਆ। ਇੱਥੇ ਉਹ ਕਬੀਰ ਜੀ ਕਹਿੰਦੇ ਕਿ ਚਰਨਜੀਤ ਤੂੰ ਲੋਕਾਂ ਨੂੰ ਕੀ ਚੀਟਿੰਗ ਕਰਨੀ, ਤੂੰ ਆਪਣੇ ਆਪ ਨਾਲ ਚੀਟਿੰਗ ਕਰ ਰਿਹਾ। ਬਿਲਕੁਲ। ਤੂੰ ਤੇ ਗਵਾਰ ਹੈਗਾ, ਔਰ ਜੇ ਤੂੰ ਸਹੀ ਆ ਤੇ ਫੇਰ ਕਹਿੰਦੇ ਤੇਰੀ ਕਪਟ ਕਿਉਂ ਨਹੀਂ ਖਤਮ ਹੋਣ ਦੀ? ਔਰ ਗਿਆਨ ਦੀਆਂ ਗੱਲਾਂ ਬਹੁਤ ਝਾੜਦਾ, ਫੀਲਿੰਗ ਤੇਰੀ ਪੂਰੀ ਆ। ਹਾਂਜੀ ਨਿੱਜਰ ਸਾਹਿਬ, ਅਗਲੀ ਤੋਂ ਬੋਲੇ। ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਭੀਤਰ ਹੈ ਮਲਨਾ। ਕਹਿੰਦੇ ਕਾਇਆ ਨੂੰ ਮਾਂਜਣ ਦੇ ਨਾਲ ਕੀ ਫਾਇਦਾ? ਤੈਨੂੰ ਦੱਸ ਵੀ ਸਰੀਰ ਦੇ ਫਾਇਦਾ ਹੋਣ ਦੇ ਨਾਲ ਤੇਰੇ ਮਨ ਦੀ ਮੈਲ, ਘਟ ਦੀ ਮੈਲ ਜਿਹੜੀ ਹੈਗੀ ਆ ਉਹ ਤਾਂ ਜਾ ਨਹੀਂ ਰਹੀ, ਉਹ ਤਾਂ ਵੱਧ ਰਹੀ ਹੈ ਸਗੋਂ। ਹੋਰ ਜਿਹੜੀ ਹੈਗੀ ਤੇਰੇ ਅੰਦਰ ਮੈਲ ਜਿਹੜੀ ਹੈਗੀ, ਤੈਨੂੰ ਗਿਆਨ ਦੀ ਹੋਰ ਹੰਕਾਰ ਬਣ ਗਿਆ। ਤੂੰ ਆਪਣੇ ਆਪ ਨੂੰ ਫੀਲਿੰਗ ਲੈਣ ਲੱਗ ਗਿਆ ਵੀ ਮੈਂ ਸੰਤ ਹੋ ਗਿਆ, ਮੈਂ ਜੀ ਬ੍ਰਹਮ ਗਿਆਨੀ ਹੋ ਗਿਆ, ਮੈਂ ਜੀ ਜਿਹੜਾ ਹੈਗਾ ਬਹੁਤ ਧਾਰਮਿਕ ਹੋ ਗਿਆ। ਆਹ ਤੇਰੇ ਅੰਦਰ ਹੋਰ ਜਿਹੜਾ ਹੈਗਾ, ਆਹ ਜਿਹੜਾ ਝੂਠਾ ਜਿਹੜਾ ਹੈਗਾ, ਇੱਕ ਤਾਂ ਹੁੰਦਾ ਨਾ ਬੰਦਾ ਜਿਹੜਾ ਹੈਗਾ ਨਾਰਮਲ ਹੈਗਾ, ਉਹਦੇ ਉੱਤੇ ਕੁਛ ਜਿਹੜਾ ਹੈਗਾ ਉਹਨੇ ਕੋਈ ਹਾਰਮੋਨੀਅਮ ਸਿੱਖਣਾ ਹੈ ਜਾਂ ਕੋਈ ਚੀਜ਼ ਸਿੱਖਣੀ ਹੈ ਤੇ ਉਹਨੂੰ ਕੁਛ ਪਤਾ ਨਹੀਂ ਹੈ, ਡਾਇਰੈਕਟ ਜਿਹੜਾ ਜਲਦੀ ਦੇਣੀ ਸਿਖਾ ਦਿੱਤਾ ਜਾਊਗਾ। ਇੱਕ ਜਿਹੜਾ ਹੈਗਾ ਉਹਨੇ ਗਲਤ ਸਿੱਖ ਲਿਆ, ਉਹਨੇ ਜਿਹੜਾ ਹੈਗਾ ਉਹ ਪੂਰਾ ਦਾ ਪੂਰਾ ਜਿਹੜਾ ਹੈਗਾ ਉਹਨੂੰ ਪਹਿਲਾਂ ਉਹਨੂੰ ਮਿਟਾਉਣਾ ਪੈਣਾ ਹੈ, ਫਿਰ ਸਿਖਾਉਣਾ ਪੈਣਾ। ਕਹਿੰਦੇ ਤੂੰ ਤਾਂ ਜਿਹੜਾ ਹੈਗਾ ਇਹ ਤੇਰਾ ਜਿਹੜਾ ਹੈਗਾ ਹੋਰ ਜਿਹੜੀ ਹੈਗੀ ਇੱਕ ਤੇਰੀ ਮੈਲ, ਆਹ ਵੀ ਮੈਲ ਬਣ ਗਈ ਆ। ਆਹ ਜਿਹੜਾ ਗਿਆਨ ਹੈਗਾ ਇਹ ਵੀ ਮੈਲ ਬਣ ਗਿਆ ਤੇਰੇ। ਇਹਨੇ ਕਿੱਥੇ ਜਿਹੜਾ ਹੈਗਾ ਇਹਦੇ ਦੁਆਰਾ ਜਿਹੜਾ ਹੈਗਾ ਇਹ ਗਿਆਨ ਦੇ ਅਨੁਸਾਰ ਕਾਰਵਾਈ ਕਰਕੇ ਔਰ ਤੂੰ ਜਿਹੜੇ ਆਪਣੀ ਮਨ ਦੀ ਮੈਲ ਲਾ ਲੈਣੀ ਸੀਗੀ, ਹੁਣ ਜਿਹੜਾ ਹੈਗਾ ਗਿਆਨ ਹੀ ਐਜ਼ ਏ ਮੈਲ ਬਣ ਕੇ ਬੈਠ ਗਿਆ ਤੇਰੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਾਇਆ ਨੂੰ ਤੂੰ ਮਾਂਜੀ ਜਾਣਦੇ ਆ, ਤੇ ਕਾਇਆ ਨੂੰ ਮਾਂਜਣ ਦੇ ਨਾਲ ਕੀ ਤੇਰੇ ਮਨ ਦੀ ਮੈਲ ਜਾਊਗੀ? ਕਹਿੰਦੇ ਤੇਰੇ ਮਨ ਦੀ ਮੈਲ ਨਾ ਜਾਵੇ ਤੀਰਥਾਂ ਤੇ ਨਹਾਉਣ ਵਾਲਿਆ। ਅੱਗੇ ਉਹੀ ਗੱਲ ਕਹਿ ਰਹੇ ਕਬੀਰ ਜੀ, ਅੱਗੇ ਉਹੀ ਗੱਲ ਕਹਿ ਰਹੇ। ਕਹਿੰਦੇ ਲੌਕੀ 68 ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ। ਹੁਣ ਇੱਥੇ ਕਹਿੰਦੇ ਲੌਕੀ ਕਹਿੰਦੇ ਆ ਉਹ ਜਿਹੜੀ ਅੱਲ ਜਿਹੜੀ ਹੈਗੀ, ਕਹਿੰਦੇ ਆ ਅੱਲ ਜਿਹੜੀ ਹੈਗੀ ਉਹਨੂੰ 68 ਤੀਰਥਾਂ ਤੇ ਲੈ ਜਾਓ ਤੇ ਉਹਦਾ ਕੌੜਾਪਨ ਨਹੀਂ ਜਾਊਗਾ।
ਕਮਾਲ ਦੀ ਗੱਲ ਆ। ਲੌਕੀ ਨੂੰ 68 ਤੀਰਥਾਂ 'ਤੇ ਕਿਹੜਾ ਲਿਜਾਂਦਾ ਹੈ ਭਾਈ? ਲੌਕੀ ਦਾ ਮਤਲਬ ਹੈ ਲੋਕੀ, ਲੁਕਾਈ। ਲੁਕਾਈ ਜਿਹੜੀ ਤੀਰਥਾਂ 'ਤੇ ਜਾ ਰਹੀ ਹੈ, 68 ਤੀਰਥਾਂ 'ਤੇ ਜਾ ਰਹੀ ਆ। ਕਹਿੰਦੇ ਉਹਨਾਂ ਦੇ ਅੰਦਰ ਜਿਹੜੀ ਹੈਗੇ ਉਹਨਾਂ ਦੇ ਅਵਗੁਣ, ਉਹਨਾਂ ਦੀ ਮੈਲ ਉਹਨਾਂ ਦੇ ਅੰਦਰ ਜਿਹੜੀ ਹੈਗੀ ਉਵੇਂ ਹੀ ਬਰਕਰਾਰ ਆ। ਉਹਨਾਂ ਦਾ ਕੌੜਾਪਨ ਓਏ ਜੇ ਮਾੜਾ ਜਿਹਾ ਹੱਥ ਲਾ ਲਓ, ਉਹ ਕਹਿਣਗੇ ਜੀ ਅਸੀਂ ਤਾਂ ਜੀ ਸਾਰਿਆਂ ਦੀ ਚਰਨਾਂ ਦੀ ਧੂੜ ਆ। ਮਾੜਾ ਜਿਹਾ ਬੋਲ ਦਿਓ, ਮਾੜਾ ਜਿਹਾ ਕੁਛ ਕਹਿ ਦਿਓ, ਦੇਖੋ ਕਿਵੇਂ ਜਿਹੜੇ ਹੈਗੇ ਉੱਪਰ ਦੀ ਆਉਂਦੇ ਆ। ਫਿਰ ਕਹਿਣਗੇ ਭਾਈ ਮੈਂ ਤਾਂ ਜੀ ਨਿਮਰਤਾ ਦਿਖਾ ਰਿਹਾ, ਤੁਸੀਂ ਤਾਂ ਜਿਹੜੇ ਆਕੜ ਦਿਖਾਈ ਜਾ ਰਹੇ ਹੋ। ਲੌਕੀ 68 ਤੀਰਥ ਨਾਈ, ਕੌਰਾਪਨ ਤਉ ਨਾ ਜਾਈ। ਕਹਿੰਦੇ ਉਹਦੇ ਨਾਲ ਜਿਹੜਾ ਹੈਗਾ ਕੋਈ ਲੋਕਾਂ ਦੇ ਅੰਦਰ ਚੇਂਜ ਤਾਂ ਆ ਨਹੀਂ ਰਿਹਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਚੇਂਜ ਨਹੀਂ ਆ ਰਿਹਾ। ਬਾਹਰੀ ਕਰਮ ਕਰਨ ਦੇ ਨਾਲ ਤੇ ਸਾਧ ਸੰਗਤ ਜੀ ਕੋਈ ਚੇਂਜ ਨਹੀਂ ਹੋਣਾ। ਜਿੱਥੇ ਮਰਜੀ ਕੋਈ ਭੱਜ ਕੇ ਵੇਖ ਲੈ, ਕਿਸੇ ਬਾਬੇ ਨੂੰ ਆਪਣਾ ਗੁਰੂ ਬਣਾ ਲਓ, ਉਹ ਤੋਂ ਨਾਮ ਲੈ ਆਓ, ਦਾਨ ਲੈ ਆਓ, ਜੋ ਮਰਜੀ ਕਰਕੇ ਦੇਖ ਲਓ, ਅਗਿਆਨ ਨਹੀਂ ਦੂਰ ਹੋਵੇਗਾ। ਉਹਨੂੰ ਦੂਰ ਕਰਨ ਦਾ ਇੱਕ ਸੌਖਾ ਜਿਹਾ ਤਰੀਕਾ, ਆਪਣੇ ਧਿਆਨ ਨੂੰ ਇਕਾਗਰ ਕਰ ਲਓ ਬਸ। ਸਿੰਪਲ ਹੀ ਗੱਲ। ਕਹਿੰਦੇ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਜਿੱਥੇ ਮਰਜੀ ਬੰਦਾ ਭੱਜ ਕੇ ਵੇਖ ਲੇ, ਜੋ ਮਰਜੀ ਪੜ੍ਹ ਲਓ, ਜੋ ਮਰਜੀ ਸੁਣ ਲਓ, ਕੁਛ ਨਹੀਂ ਜੋ ਲੱਭਣਾ। ਜਿੱਦਣ ਤੁਹਾਡਾ ਮਨ ਸ਼ਾਂਤ ਹੋ ਗਿਆ ਨਾ, ਉਧਰ ਤੁਹਾਨੂੰ ਸਾਰੀ ਸੋਝੀ ਆ ਜਾਣੀ। ਤੁਹਾਨੂੰ ਪਤਾ ਲੱਗ ਜਾਣਾ ਜੀਵਨ ਨੂੰ ਬਤੀਤ ਕਿੱਦਾਂ ਕਰਨਾ। ਇਹ ਜਿਹੜੀਆਂ ਗੱਲਾਂ ਕਹਿ ਰਹੇ ਨਾ ਕਿ ਹਿਰਦੇ ਦੀ ਕਪਟ, ਇਹ ਮੈਂ ਥੋੜੀ ਕਪਟ ਦੂਰ ਕਰ ਸਕਦਾ, ਮੈਂ ਕਿੱਥੋਂ ਕਰੂੰਗਾ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਕੀ ਤੇ ਅੰਦਰੋਂ ਤਰੰਗ ਪੈਦਾ ਹੋ ਰਹੀ ਹੈ ਸਮੁੰਦਰ ਦੇ ਥੱਲੇ ਤਲ ਤੋਂ, ਤੇ ਉਹ ਫਿਰ ਚਿੱਤ ਜਿਹੜਾ ਬੇਵੱਸ ਹੈ, ਚਿੱਤ 'ਚ ਜਿਹੜੀ ਤਰੰਗ ਪੈਦਾ ਹੋ ਗਈ ਉਹ ਪ੍ਰਗਟ ਹੋ ਜਾਂਦੀ ਹੈ। ਹੁਣ ਚਿੱਤ ਦੀ ਤਰੰਗ ਨੂੰ ਕਿੱਥੋਂ ਰੋਕ ਦੋਗੇ? ਉਹਨੂੰ ਰੋਕਣ ਦਾ ਤਰੀਕਾ ਹੈਗਾ, ਤਰੰਗ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਚਿੱਤ 'ਚ ਸ਼ਾਂਤ ਕਰ ਦਿੱਤਾ ਜਾਵੇ। ਔਰ ਉਹਦੇ ਲਈ ਇੱਕੋ ਹੀ ਤਰੀਕਾ, ਆਪਣੇ ਧਿਆਨ ਨੂੰ ਇਕਾਗਰ ਕਰੋ। ਜਿੰਨਾ ਤੁਸੀਂ ਧਿਆਨ ਇਕਾਗਰ ਕੀਤਾ ਨਾ, ਉਹਨਾਂ ਤੁਹਾਡੇ ਜੀਵਨ 'ਚ ਅਨੁਸ਼ਾਸਨ ਆ ਜਾਣਾ, ਜੀਵਨ ਦੀ ਸੋਝੀ ਆ ਜਾਣੀ ਹੈ। ਹੁਣ ਚਿੱਤ ਦੇ ਵਿੱਚ 5000 ਤੇ ਵਿਚਾਰ ਤੁਰੇ ਫਿਰਦੇ ਆ, ਤੇ ਤੁਹਾਡਾ ਧਿਆਨ ਕਿੱਥੇ ਇਕਾਗਰ ਹੈ? ਉਹ ਤੇ ਵਿਚਾਰਾ ਭੜਕਣ ਦੇ, ਇੱਕ ਉੱਡਦਾ, ਦੂਜਾ ਉੱਡਦਾ, ਤੀਜਾ ਉੱਡਦਾ, ਸਾਰਾ ਦਿਨ ਹੀ ਉੱਥੇ ਤੇ ਧੂੜ ਹੀ ਉੱਡੀ ਪਈ ਆ। ਤੇ ਚਿੱਤ ਵਿਚਾਰਾ ਇੰਨਾ ਪਰੇਸ਼ਾਨ, ਦੁਨੀਆ ਭਰ ਦੀਆਂ ਗੱਡੀਆਂ ਘੁੰਮ ਰਹੀਆਂ ਅੰਦਰ। ਆਪਾਂ ਇੱਕ ਚੀਜ਼ ਤੋਂ ਉਤਰਦੇ ਫਿਰ ਦੂਜੀ ਤੇ ਚੜ ਜਾਂਦੇ ਹਾਂ, ਦੂਜੀ ਤੋਂ ਉਤਰਦੇ ਹਾਂ ਤੀਜੇ ਤੇ ਚੜ ਜਾਂਦੇ ਹਾਂ। ਆਲਰੇਡੀ ਗੱਡੀਆਂ ਲੋਡਡ ਨੇ। ਉਸੇ ਕਰਕੇ ਆਪਣਾ ਜੀਵਨ ਬਤੀਤ ਹੋ ਰਿਹਾ। ਉੱਪਰ ਕਹਿੰਦੇ ਕਿ ਹਰ ਕਾ ਨਾਮ ਨਾ ਜਪਤ ਗਵਾਰਾ। ਬਾਣੀ ਕਹਿ ਰਿਹਾ ਕਿ ਤੂੰ ਕੀ ਸੋਚ ਰਿਹਾ? ਉਹ ਜੇ ਅਜੇ ਤੱਕ ਤੈਨੂੰ ਕੁਛ ਪ੍ਰਾਪਤ ਨਹੀਂ ਹੋਇਆ, ਉਹ ਪ੍ਰਾਪਤ ਦੀ ਗੱਲ ਵੇਖੋ, ਉਹ ਗੱਲ ਬੜੀ ਕਲੀਅਰ ਕਰਦੇ ਜੇ। ਆਹ ਕਹਿੰਦੇ ਆ ਕਿ ਤੇਰੀ ਕਪਟ ਖਤਮ ਹੋ ਗਈ ਹੈ, ਬੇਈਮਾਨੀ। ਬਾਣੀ ਚ ਇੱਥੇ ਇਸੇ ਲਈ ਕਿਹਾ ਨਾ ਕਿ ਬਾਣੀ ਚ ਆਪਾਂ ਨੂੰ ਕਿਹਾ, ਤੇ ਕੱਲ ਵੀ ਵਿਚਾਰ ਚੱਲੀ ਸੀ, ਚੋਰ ਸੱਚ ਰਾਖਸ਼ ਕੌਣ ਹੈ ਤੇ ਦੇਵਤਾ ਕੌਣ ਹੈ? ਆਪ ਜਸਟ ਦੇਖੋ ਬਾਣੀ ਚ ਫਿਰ ਉਹਨਾਂ ਕਹਿਤਾ, ਕਹਿੰਦੇ ਅਸੰਖ ਚੋਰ, ਹਰਾਮ ਖੋਰ, ਅਸੰਖ ਗਲ ਵੱਡੇ ਹੱਥਿਆ ਕਮਾਏ। ਇਹ ਕੌਣ ਨੇ? ਇਹੋ ਹੀ ਤੁਰੇ ਫਿਰਦੇ ਨੇ ਜਿਹੜੇ ਸਾਰੇ। ਆਪਾਂ ਹੀ ਹੈਗੇ ਆ, ਹੋਰ ਕੌਣ ਆ? ਇਹ ਸਭ ਰਾਖਸ਼ ਹੀ ਹੈਗੇ ਆ। ਕੋਈ ਆਪਣੇ ਨਾਲ ਤਾਂ ਸੰਤੁਸ਼ਟੀ ਨਹੀਂ ਹੈਗਾ। ਇੱਕ ਬੰਦੇ ਦੀ ਦਿਹਾੜੀ 300 ਰੁਪਇਆ ਵਾ, ਇੱਕ ਬੰਦਾ ਫਿਰ ਅਫਸਰ ਲੱਗ ਜਾਂਦਾ, 1.5-2 ਲੱਖ ਰੁਪਏ ਤਨਖਾਹ ਵਾ। ਉਹਨੂੰ ਚੈਨ ਕਿੱਥੇ ਮਿਲਦਾ? ਉਹਦੀ ਭੁੱਖ ਹੋਰ ਵੱਧ ਜਾਂਦੀ ਹੈ। ਪਰ ਉਹ ਸ਼ੁਕਰ ਥੋੜੀ ਕਰਦਾ ਕਿ ਮੇਰੇ ਪਿਤਾ, ਇਹ ਜਿਹੜੀ ਮੇਰੀ ਤਨਖਾਹ ਇਹ ਤੇ ਪਿੰਡ ਦੇ 15-16 ਬੰਦਿਆਂ ਨੂੰ ਨਹੀਂ ਮਿਲਦੀ, ਜਿਹੜੀ ਮੈਨੂੰ ਇਕੱਲੇ ਨੂੰ ਮਿਲਦੀ ਆ। ਉਹ ਕਹਿੰਦਾ ਹੋਰ ਇਕੱਠੇ ਕਰਨੇ ਆ। ਉਹਦਾ ਦਿਮਾਗ ਹੀ ਉਧਰ ਚੱਲਣ ਦਿਆ। ਬਿਸਟਾ ਖਾ ਰਿਹਾ, ਬਿਸਟਾ ਸਮਝਦੇ ਸੂਅਰ ਵਾਂਗੂ। ਉਹਨੂੰ ਪਤਾ ਹੀ ਨਹੀਂ ਕਿ ਇਹ ਜਿਹੜੀ ਮੈਨੂੰ ਪੋਜੀਸ਼ਨ ਮਿਲੀ ਹੈ, ਇਹ ਤੇ ਰੱਬ ਨੇ ਮੈਨੂੰ ਪੋਜੀਸ਼ਨ ਦਿੱਤੀ ਹੈ, ਬਲੈਸ ਕੀਤਾ, ਸਾਰਿਆਂ ਨੂੰ ਤੇ ਮਿਲੀ ਨਹੀਂ ਹੈ। ਇਹਦਾ ਸਵਾਲ ਦਾ ਜਵਾਬ ਦੇਣਾ ਪੈਣਾ ਮੈਨੂੰ। ਜਿੱਦੋਂ ਵਿਜੀਲੈਂਸ ਵਾਲੇ ਫੜ ਲਈ ਨਹੀਂ ਦਿੰਦੇ, ਬਿਲਕੁਲ ਕਿ ਆਓ ਭਾਜੀ ਹੱਥ ਵਿਖਾਓ, ਤੁਹਾਡੇ ਹੱਥ ਲਾਲ ਹੋ ਗਏ ਜੀ, ਆ ਜਾਓ, ਤੁਹਾਡੀ ਜਗ੍ਹਾ ਬੜੀ ਸਪੈਸ਼ਲ ਹੈਗੀ, ਉੱਥੇ ਹੀ ਤੁਹਾਨੂੰ ਖੜਦੇ ਆ। ਸਰ ਮਾਫ਼ ਕਰ ਦੋ। ਕਹਿੰਦਾ ਮਾਫ਼ ਤੇ ਤੈਨੂੰ ਕਰ ਦਾਂਗੇ, ਚੱਲ ਆ ਜਾ। ਉੱਥੇ ਕਿਹੜੀਆਂ ਕੋਠੀਆਂ ਬਣਾਈਆਂ ਉਹ ਖਾਲੀ ਰੱਖਣੀਆਂ ਥੋੜੀ ਆ, ਉਹ ਤੁਹਾਡਿਆਂ ਵਾਸਤੇ ਬਣਾਈਆਂ ਵਾ, ਆ ਜਾਓ, ਉਹਨਾਂ ਨੂੰ ਭਰੀਏ ਆਪਾਂ। ਤੇ ਮੁੜ ਕੇ ਬੰਦਾ ਸੋਚਦਾ ਯਾਰ ਆਹ ਕੀ ਕੰਮ ਕੀਤਾ। ਫਿਰ ਉਹ ਸੋਚਦਾ ਤਨਖਾਹ 1.5-2 ਲੱਖ ਰੁਪਇਆ ਸੀ, ਆ ਕੀ ਲੋੜ ਪਈ ਹੈ ਝੱਕ ਮਾਰਨ ਦੀ, ਆ ਕੀ ਲੋੜ ਪਈ ਬੇਈਮਾਨੀ ਕਰਨ ਦੀ। ਪਰ ਹੁਣ ਸੋਚਣ ਦਾ ਕੀ ਫਾਇਦਾ? ਜਦੋਂ ਲੋੜ ਸੀ ਉਦੋਂ ਤੇ ਬੰਦਾ ਰੱਬ ਵਾਹ ਨੂੰ ਤਲਵਾਰਾਂ ਮਾਰਦਾ, ਬੰਦਾ ਮੰਨਦਾ। ਮੁੜ ਕੇ ਤੇ ਬੰਦੇ ਨੂੰ ਦੇਦਾ ਨੀ। ਮੁੜ ਕੇ ਕਚਹਿਰੀਆਂ 'ਚ ਜਾ ਧੱਕੇ ਖਾ ਕੇ ਜਦੋਂ 8-10 ਸਾਲ ਲੰਘ ਜਾਂਦੇ ਆ, ਫਿਰ ਉਸ ਨੂੰ ਮਾਰ ਅੱਖਾਂ 'ਚ ਰੋਂਦਾ, ਇਹ ਕੀ ਜੱਬ ਪਾਲਿਆ,
ਇਹੋ ਹਿਸਾਬ ਸਾਡਾ ਵਾ। ਜਦੋਂ ਅਸੀਂ ਜੀਵਨ ਦੇ ਵਿੱਚ ਹੈਗੇ ਆ ਸਾਨੂੰ ਪਤਾ ਹੀ ਨਹੀਂ ਹੈ, ਪਰ ਅਗਲਾ ਜਦੋਂ ਖੁਦ ਸਾਡੀ ਕੁਰਸੀ ਖੋਂਦਾ ਨਾ ਸਾਡੇ ਤੋਂ ਤੇ ਫਿਰ ਅਕਲ ਟਿਕਾਣੇ ਆ ਜਾਂਦੀ ਬੰਦੇ ਦੀ ਕਿ ਮੈਂ ਕੀ ਕੀਤਾ। ਕਬੀਰ ਜੀ ਤੇ ਬਾਣੀ ਤੇ ਕਹਿੰਦੀ ਸੀ ਕਿ ਤੇਰੇ ਅੰਦਰੋਂ ਬੇਈਮਾਨੀ ਤੇਰੇ ਗਈ ਹੋ, ਤੇਰੀ ਕਪਟ ਗਈ। ਮੈਨੂੰ ਨਹੀਂ ਪਤਾ ਤੂੰ ਕਿੰਨੀ ਫਸਲ ਬੀਜੀ ਹੈ, ਤੂੰ ਕਿੰਨਾ ਪਾਣੀ ਲਾਇਆ, ਕਿਹੜੀਆਂ ਖਾਦਾਂ ਪਾਈਆਂ। ਮੈਨੂੰ ਰਿਜ਼ਲਟ ਚਾਹੀਦਾ ਹੈ ਕਿ ਤੇਰੇ ਮਨ ਦੀ ਜਿਹੜੀ ਹੈ, ਤੇਰੇ ਚਿੱਤ ਜਿਹੜੀ ਕਪਟ ਸੀ, ਬੇਈਮਾਨੀ, ਉਹ ਖਤਮ ਹੋਈ ਕਿ ਨਹੀਂ ਹੋਈ। ਜੇਕਰ ਨਹੀਂ ਹੋਈ ਤੇ ਤੇਰੀਆਂ ਖਾਦਾਂ 'ਚ ਪ੍ਰੋਬਲਮ ਹੈ, ਤੂੰ ਜਿਹੜਾ ਪਾਣੀ ਪਾ ਰਿਹਾ ਉਹਦੇ 'ਚ ਵੀ ਪ੍ਰੋਬਲਮ ਹੈ। ਤੇਰੀ ਪੈਰਵਾਈ ਬਰਾਬਰ ਨਹੀਂ ਹੈਗੀ, ਕਿਉਂਕਿ ਉਹ ਚੀਜ਼ ਤੇਰੇ ਤੋਂ ਦੂਰ ਹੋਣੀ ਚਾਹੀਦੀ ਹੈ। ਇਹ ਦੇਖੋ ਸਾਧ ਸੰਗਤ ਜੀ ਕਸਵੱਟੀ ਆ। ਆਪ ਸੋਨਾ ਲੈ ਕੇ ਜਾਂਦੇ ਜੋ, ਆਪ ਸੋਨਾ ਲੈ ਕੇ ਜਾਂਦੇ ਹੋ। ਨਹੀਂ ਪਤਾ, ਮੈਨੂੰ ਨਹੀਂ ਪਤਾ ਸੋਨਾ। ਮੈਂ ਬਾਜ਼ਾਰ ਲੈ ਕੇ ਜਾਊਂਗਾ, ਸੁਨਿਆਰੇ ਕੋਲ ਜਾਊਂਗਾ, ਉਹ ਕਹਿੰਦਾ ਲਿਆ ਵੀ ਇੱਧਰ ਕਸਵੱਟੀ ਹੈਗੀ ਸਾਡੇ ਕੋਲ, ਤੈਨੂੰ ਦੱਸ ਦਿੰਦੇ ਹਾਂ ਇਹ ਪਿੱਤਲ ਲੈ ਕੇ ਸੋਨਾ ਹੈ ਜਾਂ ਤਾਂਬਾ ਜਾਂ ਕੀ ਆ। ਮੈਂ ਕਹਿਣਾ ਜਨਾਬ ਇਹ ਤਾਂ ਸੋਨਾ ਹੈ। ਉਹ ਕਹਿੰਦਾ ਸਾਨੂੰ ਵੀ ਪਤਾ ਸੋਨਾ, ਲਿਆ ਇੱਧਰ ਸਾਨੂੰ ਫੜਾ। ਉਹਨਾਂ 2 ਮਿੰਟ ਰਗੜਿਆ, ਉਹਨਾਂ ਕਹਿਣਾ ਭਾਈ ਇਹ ਤੇ ਪਿੱਤਲ ਹੀ, ਇਹ ਨਹੀਂ ਉਹ ਸੋਨਾ। ਮੈਂ ਕਹਿਣਾ ਨਹੀਂ ਜੀ ਜਨਾਬ, ਮੈਂ 15-20 ਸਾਲ ਤੋਂ ਸਾਂਭ ਕੇ ਰੱਖਿਆ ਸੀ, ਮੇਰੇ ਰਿਸ਼ਤੇਦਾਰ ਦੇ ਕੇ ਗਏ ਸੀ, ਮੈਨੂੰ ਕਹਿੰਦੇ ਇਹ ਸੋਨੇ ਦਾ ਬਿਸਕੁਟ ਹੈ। ਉਹ ਕਹਿੰਦੇ ਦਿੱਤਾ ਭਾਵੇਂ ਤੈਨੂੰ ਜਿੰਨੇ ਮਰਜ਼ੀ ਹੈ, ਪਰ ਇਹ ਹੈ ਨਕਲੀ। ਹੁਣ ਬਾਣੀ ਕੀ ਕਰਦੀ ਆ, ਆਡਿਟ ਕਰਦੀ ਆ ਸਾਡੇ ਗਿਆਨ ਦਾ। ਆਡਿਟ ਦਾ ਪਤਾ ਹੈ ਤੁਹਾਨੂੰ ਕੀ ਕਹਿੰਦੇ ਆ, ਹਿਸਾਬ ਕਿਤਾਬ ਦਾ ਨਿਰੀਖਣ। ਤੁਸੀਂ ਸਾਲ ਦਾ ਹਿਸਾਬ ਕੀਤਾ ਨਾ, ਅਗਲੇ ਚੈੱਕ ਕਰਨ ਆਉਂਦੇ ਆ ਤੁਹਾਡਾ ਹਿਸਾਬ ਬਰਾਬਰ ਕਿ ਨਹੀਂ ਬਰਾਬਰ। ਆਡਿਟ ਕਰ ਰਹੇ ਆ। ਬਾਣੀ ਕਹਿ ਰਹੀ ਹੈ ਕਿ ਤੂੰ ਭਗਤੀ ਕਰ ਰਿਹਾ, ਸਾਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਸਾਨੂੰ ਇਹ ਰਿਜ਼ਲਟ ਦੇ ਕਿ ਤੇਰੀ ਜਿਹੜੀ ਮਨ ਦੀ ਮੈਲ ਆ ਉਹ ਦੂਰ ਹੋ ਰਹੀ ਆ। ਬੇਈਮਾਨੀ, ਕਿਉਂਕਿ ਜੇ ਤੇਰੀ ਉਹ ਦੂਰ ਨਹੀਂ ਹੋ ਰਹੀ ਤਾਂ ਸਮਝ ਲੈ ਕਿ ਤੇਰਾ ਹਿਸਾਬ ਕਿਤਾਬ ਗਲਤੀ, ਕਰਪਟ ਆ ਤੂੰ। ਜੇ ਤੇਰੇ ਜ਼ਿੰਦਗੀ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਰੇ ਫਿਰਦੇ ਆ ਨਾ, ਇਹਦਾ ਮਤਲਬ ਕਿ ਤੂੰ ਜੋ ਮਰਜ਼ੀ ਕਰਦਾ ਫਿਰਦਾ ਨਾ। ਉੱਤੇ ਲਿਖਿਆ ਤਾਂ ਹੈ ਪੜ੍ਹੇ ਲਿਖੇ ਕਿਆ ਹੋਏ ਕਿ ਸਾਹਿਬ ਸਹਿਜ ਨਾ ਮਿਲਿਆ ਸੋਏ। ਤੈਨੂੰ ਸਹਿਜ ਨਹੀਂ ਮਿਲਿਆ, ਤੈਨੂੰ ਗਿਆਨ ਕਿੱਥੋਂ ਹੋਣਾ। ਤੇਰਾ ਚੇਤੀ ਜਿਹੜਾ ਅਸ਼ਾਂਤ ਆ, ਉਹ ਜਿੱਥੇ ਤੇ ਪ੍ਰਗਟ ਹੋਣੀ ਸੀ ਆਤਮਾ, ਉੱਥੇ ਤੇ ਤੂੰ ਕੁਝ ਹੋਰ ਭਾ ਕੇ ਬੈਠਾ। ਤੇ ਜੇ ਤੂੰ ਉੱਥੇ ਕਿਸੇ ਨੂੰ ਹੋਰ ਨੂੰ ਭਾ ਕੇ ਬੈਠਾ ਹੈ ਤੇ ਉਹਦੇ ਲਈ ਤਸਦੀਕ ਤੈਨੂੰ ਬਾਣੀ ਤੋਂ ਹੀ ਕਰਾਉਣਾ ਪੈਣਾ, ਤੇਰੇ ਗਿਆਨ ਨੂੰ। ਪਰ ਬੰਦਾ ਬਾਣੀ ਕੋ ਜਾਂਦਾ ਨਹੀਂ ਆ, ਤਾਈਓ ਤੇ ਬਾਣੀ ਤੇ ਲਿਖਣਾ ਪਿਆ ਬਿਰਲਾ ਬਾਣੀ ਬ੍ਰਹਮ ਵਿਚਾਰ ਬਿਰਲਾ ਵਿਚਾਰੇ। ਕੋਈ ਬਿਰਲਾ ਮਤਲਬ ਕੀ ਝੋਨਿਆਂ ਨੂੰ ਥੋੜੀ ਉੱਗਿਆ। ਉਹ ਕਹਿੰਦੇ ਬਿਰਲਾ ਕੋਈ ਬਹੁਤ ਟਾਵਾਂ ਹੀ ਬਾਣੀ ਨੂੰ ਵਿਚਾਰਦਾ ਹੈ। ਕਿਉਂ ਨਹੀਂ ਵਿਚਾਰਦਾ? ਕਿਉਂਕਿ ਮਨ ਨੇ ਰੌਲਾ ਪਾਉਣਾ। ਮਨ ਨੇ ਉਹਨੇ ਕਹਿਣਾ ਕਿ ਮਨ ਤੇ ਭੋਗਾਂ 'ਚ ਤੇਰਾ ਉਲਝਿਆ ਤੇ ਤੈਨੂੰ ਫਿਰ ਭੋਗਾਂ ਨੂੰ ਤਿਆਗ ਕਰਨਾ ਪਊਗਾ। ਇਸ ਕਰਕੇ ਮਨ ਤੇ ਸੁਣਦਾ ਨਹੀਂ ਉਹ ਚੀਜ਼ ਨੂੰ, ਜਿੱਥੇ ਤਿਆਗ ਦੀ ਗੱਲ ਆਉਂਦੀ ਆ। ਕਿਉਂਕਿ ਕੋਈ ਵੀ ਚੀਜ਼ ਆਪਾਂ ਕਰਦੇ ਹਾਂ, ਆਪ ਦੇਖੋ ਇੱਕ ਸ਼ਰਾਬੀ ਬੰਦਾ ਹੈ, ਉਹਨੂੰ ਕਹਿ ਦੇ ਕਿ ਤੇਰੀ ਕਿਡਨੀ ਖਰਾਬ ਹੋ ਜਾਣੀ, ਤੇਰਾ ਲੀਵਰ ਖਰਾਬ ਹੋ ਜਾਣਾ, ਉਹ ਛੱਡਦਾ ਉਹਨੂੰ? ਆਦਤ ਪਈ ਹੈ। ਬਾਣੀ ਤੇ ਕਹਿੰਦੀ ਕਿ ਤੇਰਾ ਮਨ ਕਾਲਾ ਸੁਆਹ ਹੋਇਆ ਪਿਆ, ਜਨਮ ਕੀ ਇਸ ਮਨ ਕੋ ਜਨਮ ਕੀ ਅਮਲ ਲੱਗੀ, ਕਾਲਾ ਸੁਆਹ ਹੋਇਆ ਪਿਆ। ਔਰ ਤੂੰ ਇੱਕ ਜਿਹੜੇ ਬੰਦੇ ਨੇ 6-7 ਮਹੀਨੇ ਸ਼ਰਾਬ ਪੀਤੀ ਹੋਵੇ, ਉਹ ਬੰਦਾ ਸ਼ਰਾਬ ਛੱਡਣ ਨੂੰ ਤਿਆਰ ਨਹੀਂ ਆ। ਫਿਰ ਉਹਨੂੰ ਸੁਧਾਰ ਘਰ ਛੱਡਣਾ ਪੈਂਦਾ, ਦਵਾਈਆਂ ਦੁਈਆਂ ਦੇ ਕੇ, ਗਲੂਕੋਜ਼ ਚੜ੍ਹ ਕੇ 9-6 ਮਹੀਨੇ ਰੱਖ ਕੇ ਫਿਰ ਉਹ ਬੰਦੇ ਦਾ ਪੁੱਤ ਬਣਦਾ। ਔਰ ਤੇਰਾ ਜਿਹੜਾ ਮਨ ਆ ਉਹਨੂੰ ਤੇ ਜਨਮ ਦੀ ਮੱਲ ਲੱਗੀ ਆ, ਤੇ ਉਹਨੂੰ ਤੂੰ ਕਹੇਗਾ ਕਿ 2 ਮਿੰਟ 'ਚ ਉਤਰ ਜੂਗੀ। ਕਿੱਥੋਂ ਉਤਰ ਜੂਗੀ? ਉਹਦੇ ਲਈ ਤੈਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਇਸ ਲਈ ਬਾਣੀ 'ਚ ਕਿਹਾ ਜਿੰਨੀ ਨਾਮ ਤੇ ਆਇਆ ਗੈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਓਦਾਂ ਛੁੱਟੀ ਨਹੀਂ ਹੋਣੀ। ਇਹ ਜਦ ਤੱਕ ਪੇਪਰ ਪਾਸ ਨਹੀਂ ਨਾ ਹੋਵਾਂਗੇ, ਕੋਈ ਪ੍ਰਕਿਰਤੀ ਨੇ ਫੇਰ ਸੁੱਟ ਦੇਣਾ ਵਿੱਚ, ਆ ਜਾ ਵਾਪਸ। ਕਿਉਂਕਿ ਪ੍ਰਕਿਰਤੀ ਤੇ ਇਸ ਲਈ ਤੇ ਬਣਾਈ ਆ ਕਿ ਤੂੰ ਜੋ ਕਰੇਗਾ ਉਹਦਾ ਰਿਜ਼ਲਟ ਲੈ ਲਾ। ਆਪ ਬਾਜ਼ਾਰ ਕੋਈ ਚੀਜ਼ ਵੇਚਦੇ ਜੋ ਬਣਾ ਕੇ, ਤੇ ਉਹਦੀ ਕੀਮਤ ਉਸਾ ਨਾ ਮਿਲਦੀ ਜਿਹੜੀ ਚੀਜ਼ ਦੀ ਤਿਆਰ ਕੀਤੀ ਹੈ। ਪ੍ਰਕਿਰਤੀ ਤੇ ਕਹਿੰਦੀ ਹੈ ਕਿ ਤੂੰ ਜਿਹੜੀ ਚੀਜ਼ ਤੇਰੀ ਪਾਤਰਤਾ ਹੈਗੀ ਆ, ਉਹਦੀ ਸਾਡੇ ਕੋਲ ਪ੍ਰਾਈਸ ਲੈ ਜਾ। ਜੇ ਤੂੰ ਚੰਗੀ ਚੀਜ਼ ਬਣਾਈ ਤੇ ਚੰਗੀ ਪ੍ਰਾਈਸ ਆ, ਜੇ ਤੂੰ ਹਲਕੀ ਚੀਜ਼ ਬਣਾਈ ਆ ਤੇ ਹਲਕੀ ਪ੍ਰਾਈਸ ਹੈਗੀ ਆ, ਲੈ ਜਾ। ਇਹ 'ਚ ਕੋਈ ਦੋ ਰਾਇ ਨਹੀਂ ਹੈਗੀਆਂ। ਹਾਂਜੀ ਨਜਰ ਸਾਹਿਬ, ਆਖਰੀ ਲਾਈਨ ਆਈ, ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ। ਕਬੀਰ ਜੀ ਕਹਿੰਦੇ ਆ, ਭਾਈ ਦੇਖ, ਕਹਿੰਦੇ ਜਿਹੜੇ ਵਿਚਾਰਵਾਨ ਹੁੰਦੇ, ਜਿਨ੍ਹਾਂ ਨੇ ਗਿਆਨ ਨੂੰ ਵਿਚਾਰਿਆ ਹੁੰਦਾ ਆ, ਉਹ ਧਿਆਨ ਸਿਮਰਨ ਵੱਲ ਲੱਗ ਜਾਂਦੇ ਆ। ਉਹ ਜਿਹੜੇ ਹੈਗੇ ਆ ਆਪਣੇ ਅੰਦਰ ਆਪਣੇ ਵਿਚਾਰ ਬੰਦ ਕਰਨ ਲੱਗ ਜਾਂਦੇ ਆ ਔਰ ਮਾਲਕ ਦੇ ਅੱਗੇ ਬੇਨਤੀ ਕਰਦੇ ਆ। ਕਹਿ ਕਬੀਰ ਵਿਚਾਰੀ
ਭਵ ਸਾਗਰ ਤਾਰ ਮੁਰਾਰੀ। ਹੇ ਮੇਰੇ ਮਾਲਕਾ, ਮੈਂ ਤੇਰੇ ਕੋਲ ਆਉਣਾ ਚਾਹੁੰਦਾ, ਮੈਂ ਸੰਸਾਰ ਸਮੁੰਦਰ ਪ੍ਰਕਿਰਤੀ ਨੂੰ ਪਾਰ ਕਰਨਾ ਚਾਹੁੰਦਾ ਹੈ, ਮੇਰੀ ਮਦਦ ਕਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜੋ ਤੁਸੀਂ ਬੰਦਗੀ ਕੀਤੀ ਸ਼ੁਰੂ ਚ ਪ੍ਰਕਿਰਤੀ ਤੁਹਾਡਾ ਵਿਰੋਧ ਕਰੂਗੀ, ਮਨ ਤੁਹਾਡਾ ਵਿਰੋਧ ਕਰੇਗਾ। ਜਿਹੜਾ ਵੀ ਕੰਮ ਚੰਗਾ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਨਾ, ਮਨ ਨੇ ਕਹਿਣਾ ਇਹ ਸਹੀ ਨਹੀਂ ਹੈ, ਇਹ ਗਲਤ ਹੈ। ਜਿਹੜਾ ਵੀ ਕੰਮ ਮਾੜਾ ਕਰਨ ਦੀ ਕੋਸ਼ਿਸ਼ ਕੀਤੀ, ਮਨ ਨੇ ਕਹਿਣਾ ਬਹੁਤ ਵਧੀਆ। ਤੇ ਬਾਅਦ ਦੇ ਵਿੱਚ ਪ੍ਰਕਿਰਤੀ ਕੀ ਕਰਦੀ ਆ, ਜਦੋਂ ਤੁਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਜੋ, ਫਿਰ ਪ੍ਰਕਿਰਤੀ ਆਪਣੇ ਸੁਭਾਅ ਦਾ ਤਿਆਗ ਕਰ ਦਿੰਦੀ ਹੈ, ਫਿਰ ਤੁਹਾਡੀ ਮਦਦ ਕਰਦੀ ਹੈ। ਪ੍ਰਕਿਰਤੀ ਸਾਨੂੰ ਬੰਧਨ ਦਿੰਦੀ ਹੈ, ਪ੍ਰਕਿਰਤੀ ਹੀ ਸਾਨੂੰ ਮੁਕਤ ਕਰਦੀ ਹੈ। ਇਹ ਪ੍ਰਕਿਰਤੀ ਇੱਕ ਪੌੜੀ ਆ, ਮੁਕਤੀ ਦੇ ਨਾਲ ਵੀ ਜੁੜੀ ਆ ਤੇ ਬੰਧਨ ਦੇ ਨਾਲ ਵੀ ਜੁੜੀ ਆ। ਦੋਨੋਂ ਹੀ ਤਰਫ ਆਪਾਂ ਜਾ ਸਕਦੇ ਹਾਂ। ਸਾਨੂੰ ਕੋਈ ਪਰ ਇੱਕ ਪ੍ਰੋਬਲਮ ਹੈਗੀ ਜੇ, ਜਿਹੜੀ ਪ੍ਰਕਿਰਤੀ ਦਾ ਉਤਲਾ ਹਿੱਸਾ ਵਾ ਉਹ ਮੁਕਤੀ ਨਾਲ ਜੁੜਿਆ, ਤੇ ਪ੍ਰਕਿਰਤੀ ਦਾ ਜਿਹੜਾ ਪ੍ਰਕਿਰਤੀ ਰੂਪੀ ਜਿਹੜੀ ਪੌੜੀ ਆ, ਜਿਹੜਾ ਥੱਲੇ ਵਾਲਾ ਹਿੱਸਾ ਹੈ, ਉਹ ਇਹਦੇ ਨਾਲ ਜੁੜਿਆ, ਜੜ ਦੇ ਨਾਲ, ਪ੍ਰਕਿਰਤੀ ਦੇ ਨਾਲ ਜੁੜਿਆ। ਉੱਪਰ ਚੜ੍ਹਨਾ ਔਖਾ ਵਾ ਕਿਉਂਕਿ ਉੱਪਰ ਨੂੰ ਜਾਣਾ ਹੈ, ਇਸ ਕਰਕੇ ਜ਼ਿਆਦਾ ਦੁਨੀਆ ਥੱਲੇ ਨੂੰ ਤੁਰੀ ਜਾ ਰਹੀ। ਥੱਲੇ ਵਾਲਾ ਹਿੱਸਾ ਕਹਿੰਦੇ ਨੇ, ਥੱਲੇ ਵਾਲਾ ਹਿੱਸਾ ਗੋਰਕੀ ਸਾਹਿਬ ਜਿਹੜਾ ਭੋਗਾਂ ਦੇ ਨਾਲ ਜੁੜਿਆ ਹੋਇਆ ਹੈ, ਉੱਪਰ ਦਾ ਹਿੱਸਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ। ਹਾਂ, ਤੇ ਉੱਪਰ ਜਿਹੜਾ ਵਾ ਉਹ ਭੋਗਾਂ ਤੋਂ ਮੁਕਤੀ ਹੈ, ਥੱਲੇ ਭੋਗਾਂ ਦੇ ਵਿੱਚ ਬੰਧਨ ਹੈ। ਫਿਰ ਕਹਿੰਦੇ ਕਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ। ਫਿਰ ਕਹਿੰਦੇ ਕਿ ਉਹਨਾਂ ਵਿਚਾਰ ਕੀਤਾ ਤੇ ਅਰਦਾਸ ਕਰਦੇ ਪਰਮਾਤਮਾ ਦੇ ਗੜੀ ਕਿ ਮੇਰੇ ਪਿਤਾ ਸਾਨੂੰ ਨਾ ਇਸ ਭਵ ਸਾਗਰ ਤੋਂ ਤਾਰ ਦੇ, ਪਾਰ ਲੰਘਾ ਦੇ। ਪਰ ਪਰਮਾਤਮਾ ਵੀ ਵੇਖ ਲਓ ਉਹਦੀ ਮਦਦ ਕਰਦਾ ਵਾ ਜਿਹੜਾ ਆਪਣੀ ਆਪ ਦੀ ਮਦਦ ਕਰਦੇ ਨੇ। ਕੋਈ ਨੀ ਪਰਮਾਤਮਾ ਦੇਖੋ, ਪਰਮਾਤਮਾ ਕਿੱਥੇ ਤੁਹਾਨੂੰ ਕੱਲੇ ਨੂੰ ਕਿੱਥੇ ਤੁਹਾਡੀ ਮਦਦ ਕਰਦਾ ਫਿਰਦਾ, ਨਹੀਂ ਕਰਦਾ ਉਹ। ਜਦੋਂ ਆਪਾਂ ਆਪਣੀ ਨੀ ਹੈਲਪ ਕਰਾਂਗੇ, ਪਰਮਾਤਮਾ ਕਿੱਥੋਂ ਕਰੋਗਾ ਦੱਸੋ? ਕਰਦਾ। ਕਹਿੰਦੇ ਖਾਲੀ ਹੱਥ ਜੋੜ ਕੇ ਬੇਨਤੀ ਕਰੀ ਜਾਣਾ ਹੈ, ਤੂੰ ਕਹੀ ਚੁੱਕੀ ਆ, ਤੁਰਿਆ ਹੈ ਖੇਤ ਵੱਲ ਨੂੰ। ਹਾਂ ਹੁਣ ਕਹਿੰਦੇ ਕਿਰਪਾ, ਕਿਰਪਾ ਦਾ ਮਤਲਬ ਹੈ ਕਰ ਤੇ ਪਾ। ਕਿਰਪਾ ਪਰਮਾਤਮਾ ਦੀ ਕਿਰਪਾ ਹੋ ਗਈ, ਕਿਉਂਕਿ ਪਰਮਾਤਮਾ ਦੀ ਕਿਰਪਾ ਹੋ ਗਈ। ਮੈਂ ਕੰਮ ਕਰਨ ਡਿਆ ਪਿਆ, ਮੈਂ ਕੰਮ ਕੀਤਾ, 400-500 ਰੁਪਏ ਦਿਹਾੜੀ ਮਿਲ ਡਿਆ ਪਈ, ਮੇਰੇ ਘਰ ਚ ਆਪੇ ਸਵਰਗ ਹੋ ਜਾਣਾ। ਪ੍ਰਕਿਰਤੀ ਦਾ ਮਤਲਬ ਕਰੋ ਤੇ ਪਾਲੋ। ਕੋਈ ਪ੍ਰਕਿਰਤੀ ਮਨਾ ਨਹੀਂ ਕਰਦੀ, ਨਾ ਤੁਹਾਨੂੰ ਇਹ ਕਹਿੰਦੀ ਕਿ ਬੰਦਗੀ ਕਰ ਤੇ ਨਾ ਕਹਿੰਦੇ ਨਾ ਕਰ। ਸੰਗਤ ਦੋਨੇ ਅਵੇਲੇਬਲ ਨੇ, ਚੰਗੀ ਸੰਗਤ ਵੀ ਅਵੇਲੇਬਲ ਹੈ, ਮਾੜੀ ਵੀ ਅਵੇਲੇਬਲ। ਪਰ ਕਬੀਰ ਜੀ ਕਹਿੰਦੇ ਆ ਦੀਵੇ ਤੋਂ ਬਿਨਾਂ ਜੀਵਨ ਨਾ ਬਤੀਤ ਕਰ। ਤੇਰੇ ਕੋਲ ਗਿਆਨ ਨਹੀਂ ਹੈਗਾ, ਹੁਣ ਗਿਆਨ ਕਿੱਥੋਂ ਪ੍ਰਗਟ ਹੋਣਾ? ਧਿਆਨ ਤੋਂ ਬਾਅਦ ਗਿਆਨ ਹੋਣਾ। ਆਪਣਾ ਗਿਆਨ ਆਉਣਾ ਹੈ। ਆਹੋ, ਤੇ ਪਰ ਆਪਾਂ ਕੀ ਕਰਦੇ, ਆਪਾਂ ਗ੍ਰੰਥ ਪੜ੍ਹ ਲਈ ਨੇ। ਇਹ ਸਿਰਫ ਕਹਿੰਦੇ ਗ੍ਰੰਥ, ਕਦੇ ਗ੍ਰੰਥ ਤੇ ਪੜ੍ਹ ਲਿਆ, ਪਰ ਸੇਬ ਤੇ ਖਾਣਾ, ਉਹਨਾਂ ਦੇ ਸੇਬ ਖਾਦੇ ਹੀ, ਉਹਨਾਂ ਗ੍ਰੰਥ ਤਾਂ ਉਚਾਰਨ ਕਰਦੇ। ਤੂੰ ਕੇਵਲ ਸੇਬਾਂ ਬਾਰੇ ਪੜ੍ਹੀ ਜਾ, ਬਸ ਖਾਵੀ ਨਾ। ਤੇ ਜਦੋਂ ਖਾਏਗਾ ਤੇ ਫਿਰ ਤੈਨੂੰ ਪਤਾ ਵੀ ਲੱਗ ਜੂਗਾ ਗ੍ਰੰਥਾਂ ਚ ਕੀ ਲਿਖਿਆ। ਖਾਣਾ ਪੈਣਾ, ਫਿਰ ਤੇ ਮਜ਼ਾ ਵੀ ਆਊਗਾ ਨਾ, ਫਿਰ ਤੇ ਪੜ੍ਹੇਗਾ ਤੇ ਆਨੰਦ ਵੀ ਆਊਗਾ। ਹਾਂਜੀ ਉਹ ਸੇਬ ਕਹਿੰਦੇ ਸੀ, ਉਹ ਜੀ ਸ਼੍ਰੀਨਗਰ ਦੇ ਸੇਬਾਂ ਦੀ ਗੱਲ ਕਰਦੇ ਆ, ਜਾਂ ਫਲਾਨੀ ਚੀਜ਼ ਦੀ ਗੱਲ ਕਰਦੇ ਆ। ਵੈਸੇ ਵੀ ਬਾਣੀ ਜਿਹੜੀ ਹੈ ਸਾਧਕਾਂ ਵਾਸਤੇ, ਜਿਹੜਾ ਬੰਦਗੀ ਕਰਦਾ, ਜਿਹਨੇ ਬੰਦਗੀ ਨਹੀਂ ਕੀਤੀ ਉਹਨੂੰ ਚਾਹੇ ਨੂੰ ਕੀ ਪਤਾ ਲੱਗਣਾ ਬਾਣੀ ਚ ਕੀ ਲਿਖਿਆ? ਕੁਛ ਨੀ ਪਤਾ ਲੱਗੇਗਾ ਉਹਨੂੰ ਨੀ ਪਤਾ ਲੱਗੇਗਾ। ਠੀਕ ਹੈ, ਉਹ ਜਿੱਦਾਂ ਮੈਡੀਕਲ ਸਟੋਰ ਨੂੰ ਪਤਾ ਵਾ ਦਵਾਈਆਂ ਸਾਰੀਆਂ ਲਿਖੀਆਂ, ਪਰ ਕੋਲ ਦੁਨੀਆ ਭਰ ਦੀ ਦਵਾਈ ਪਈ ਹੈ, ਪਰ ਜਦੋਂ ਬਿਮਾਰ ਹੋ ਗਿਆ ਉਹਨੂੰ ਡਾਕਟਰ ਕੋਲ ਜਾਣਾ ਪੈਣਾ। ਇਸੇ ਤਰ੍ਹਾਂ ਬਾਣੀ ਹੈਗੀ ਆ। ਬਾਣੀ ਜਦੋਂ ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਗਿਆਨ ਹੋਊਗਾ, ਨਾਲ ਸਾਧਨਾ ਕਰਨੀ ਪੈਣੀ, ਫਿਰ ਬਾਣੀ ਖੁੱਲ ਜਾਂਦੀ ਹੈ। ਬਾਣੀ ਦੱਸੂਗੀ ਤੁਹਾਨੂੰ ਕੀ ਕਹਿਣਾ ਚਾਹੁੰਦੀ। ਅੱਜ ਦੀ ਵਿਚਾਰਨੀ ਚ ਸਭ ਇੱਥੇ ਸਮਾਪਤ। ਹਾਂਜੀ, ਬਹੁਤ ਵਧੀਆ ਗੁਰੂ ਸਾਹਿਬ, ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕ ਬਾਣੀ ਸੁਣਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਆਪਣਾ ਨਾਮਦਾਨ ਬਖਸ਼ਣਾ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਵਿਵੇਕ ਬੁੱਧੀ ਬਖਸ਼ਣੀ। ਮੇਰੇ ਪਿਤਾ ਨਾਮਦਾਨ ਬਖਸ਼ਣਾ। ਮੇਰੇ ਪਿਤਾ ਇੱਕ ਅਰਦਾਸ ਆਈ ਹੈ ਕਿ ਗੁੜੀ ਆਪਣੇ ਫਾਦਰ ਸਾਹਿਬ ਦੀ ਅਰਦਾਸ ਆਉਂਦੀ ਹੈ ਤੰਦਰੁਸਤੀ ਦੇ ਲਈ। ਮਿਹਰ ਕਰੋ ਮੇਰੇ ਮਾਲਕ, ਮਿਹਰ ਕਰੋ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ